लगता है। अनोखे अमर शहीद बाबा दीप सिंह जी का शहादत का दिहाड़ा मनाउण वास्ते गुरु चरनां दे विच इकत्तर होई गुरु प्यारी गुरु सवारी साध संगत जीओ, कलगीधर पिता जी की बख्शी हुई फतेह की सांझ पाईए, मन बिरतियाँ एकागर करिए, कोई रसना वांझी ना रहे, बुलाओ फतेह जी। वाहिगुरु जी का खालसा वाहिगुरु जी की फतेह। भाई साहब भाई गुरदास साहब जी का कथन है, कुरबानी तिन्ना गुरसिखां भाओ भगत कर गुरपुरब करंदे। उन्हां गुरसिखां तो कुरबान हाँ, बलहार हाँ, ਜਿਹੜੇ ਸ਼ਰਧਾ ਭਾਵਨਾ ਕਰਕੇ ਆਪਣੇ ਗੁਰੂ ਸਾਹਿਬਾਨ ਦੇ ਸ਼ਹੀਦਾਂ ਦੇ ਯੋਧਿਆਂ ਦੇ ਪੁਰਬ ਮਨਾਉਣਾ ਕਰਦੇ ਹਨ। ਪੁਰਬ ਮਨਾਉਣ ਦਾ ਭਾਵ ਅਰਥ ਸਾਨੂੰ ਸਮਝਣਾ ਪਏਗਾ। ਅਸੀਂ ਤੇ ਅੱਜ ਕੱਲ੍ਹ ਇਹ ਸਮਝ ਲਿਆ ਕਿ ਵੱਡੇ ਵੱਡੇ ਪੰਡਾਲ ਲਗਾ ਦਿਓ, ਜਲੇਬੀਆਂ ਦੇ ਲੰਗਰ ਲਗਾ ਦਿਓ, ਅੱਜ ਤੇ ਪੀਜੇ ਤੇ ਸਮੋਸਿਆਂ ਦੇ ਲੰਗਰ ਵੀ ਲੱਗਣੇ ਸ਼ੁਰੂ ਹੋ ਗਏ ਤੇ ਬਸ ਜੀ ਗੁਰਪੁਰਬ ਮਨਾਇਆ ਸਫਲਾ ਹੈ। ਦਿਹਾੜੇ ਮਨਾਉਣ ਦਾ ਪਹਿਲਾ ਭਾਵ ਅਰਥ ਇਹ ਹੈ ਕਿ ਅੱਜ ਆਪਾਂ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਇਕੱਤਰ ਹੋਏ ਹਾਂ। ਜ਼ਿਆਦਾ ਤੋਂ ਜ਼ਿਆਦਾ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਦੀ ਵਿਚਾਰ ਦੀ ਸਾਂਝ ਪਾਈਏ। ਦੂਸਰਾ ਭਾਵ ਅਰਥ ਇਹ ਹੈ ਕਿ ਆਪਣੇ ਹਿਰਦਿਆਂ 'ਚ ਵੀ ਇੱਕ ਝਾਤ ਮਾਰੀਏ ਕਿ ਇਕੱਲਾ ਅਸੀਂ ਫਾਰਮੈਲਿਟੀ ਤੇ ਨਹੀਂ ਪੂਰੀ ਕਰ ਰਹੇ, ਬਾਬਾ ਜੀ ਦੇ ਪਾਏ ਪੂਰਨਿਆਂ ਤੇ ਕਿੰਨਾ ਕੁ ਅਸੀਂ ਚੱਲਣ ਦਾ ਯਤਨ ਕੀਤਾ ਹੈ, ਕਿੰਨਾ ਕੁ ਬਾਬਾ ਜੀ ਦੇ ਉਪਦੇਸ਼ਾਂ ਨੂੰ ਆਪਾਂ ਆਪਣੇ ਜੀਵਨ ਵਿੱਚ ਜਗ੍ਹਾ ਦਿੱਤੀ ਹੋਈ ਹੈ। ਤੀਸਰਾ ਪ੍ਰਣ ਕਰਕੇ ਜਾਈਏ, ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ, ਸਤਿਗੁਰੂ ਕਿਰਪਾ ਕਰੋ ਅਸੀਂ ਆਪ ਜੀ ਦੇ ਯੋਧਿਆਂ ਦੇ ਪਾਏ ਪੂਰਨਿਆਂ ਤੇ ਚੱਲ ਸਕੀਏ। ਅੱਜ ਕੋਈ ਵਿਦਵਾਨ ਆ ਕੇ ਸਾਨੂੰ ਪੁੱਛ ਲਵੇ ਕਿ ਭਾਈ ਬਾਬਾ ਦੀਪ ਸਿੰਘ ਜੀ ਦਾ ਦਿਹਾੜਾ ਮਨਾ ਰਹੇ ਜੇ, ਬਾਬਾ ਦੀਪ ਸਿੰਘ ਜੀ ਨੇ ਕਦੋਂ ਅੰਮ੍ਰਿਤ ਛਕਿਆ ਸੀ, ਬਾਬਾ ਦੀਪ ਸਿੰਘ ਜੀ ਨੇ ਕਿੰਨੀ ਉਮਰ ਵਿੱਚ ਸ਼ਹਾਦਤ ਪਾਈ ਸੀ, ਜਾਂ ਹੋਰ ਕੋਈ ਵੀ ਇਤਿਹਾਸ ਸਾਥੋਂ ਪੁੱਛ ਲਿਆ ਜਾਵੇ ਤੇ ਅਸੀਂ ਕਹਿ ਦਈਏ ਸਾਨੂੰ ਨੌਲੇਜ ਨਹੀਂ ਹੈ, ਪਤਾ ਨਹੀਂ ਹੈ। ਕੋਈ ਵਿਦਵਾਨ ਇਹ ਗੱਲ ਸਾਨੂੰ ਆਖ ਦੇਵੇ ਕਿ ਭਾਈ ਤੁਸੀਂ ਇਨਸਾਨ ਨਹੀਂ ਹੋ, ਪਸ਼ੂਆਂ ਦੀ ਨਿਆਈ ਹੋ, ਅਸੀਂ ਇੱਕਦਮ ਉਹਨੂੰ ਰਿਐਕਸ਼ਨ ਦੇਵਾਂਗੇ, ਤੁਹਾਨੂੰ ਕਿੰਨੇ ਹੱਕ ਦਿੱਤਾ ਸਾਨੂੰ ਪਸ਼ੂ ਆਖਣ ਦਾ। ਪਰ ਉਹ ਵਿਦਵਾਨ, ਉਹ ਕਥਾਵਾਚਕ, ਉਹ ਕੀਰਤਨੀਆ, ਉਹ ਪ੍ਰਚਾਰਕ ਇਹ ਗੱਲ ਕਹੇਗਾ ਮੈਂ ਕੁਝ ਨਹੀਂ ਜੇ ਆਖ ਰਿਹਾ, ਮੈਂ ਤੇ ਤੁਹਾਨੂੰ ਗੁਰੂ ਸਾਹਿਬਾਨ ਦਾ ਹੁਕਮ ਸੁਣਾ ਰਿਹਾ। ਸਤਿਗੁਰੂ ਜੀ ਆਖਦੇ ਹਨ, ਜਿਨੀ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ। ਜਿਸ ਨੇ ਮਾਨਸ ਜਨਮ ਲੈ ਕਰਕੇ ਕਦੇ ਸਿਰਜਣਹਾਰ ਪ੍ਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ, ਸ਼ਬਦ ਗੁਰਬਾਣੀ ਦੀ ਕਦੇ ਵਿਚਾਰ ਨਹੀਂ ਕੀਤੀ, ਉਸ ਜੀਵ ਆਤਮਾ ਨੂੰ ਗਿਆਨ ਤੇ ਆ ਹੀ ਨਹੀਂ ਸਕਦਾ। ਪਰ ਸਤਿਗੁਰ ਜੀ ਆਖਦੇ, ਜਿਨੀ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਨ। ਉਹਨਾਂ ਨੂੰ ਮਨੁੱਖ ਨਹੀਂ ਆਖਣਾ ਚਾਹੀਦਾ। ਸਤਿਗੁਰੂ ਜੀ ਕੀ ਆਖ ਦਈਏ? ਸਤਿਗੁਰੂ ਜੀ ਆਖਦੇ ਪਸ਼ੂ ਢੋਰ ਗਵਾਰ, ਉਹ ਪਸ਼ੂਆਂ ਦੀ ਨਿਆਈ ਹਨ। ਹੁਣ ਅਸੀਂ ਸਾਰਿਆਂ ਨੇ ਆਪਣੇ ਹਿਰਦੇ 'ਚ ਇੱਕ ਝਾਤ ਮਾਰਨੀ ਹੈ ਕਿ ਅਸੀਂ ਪਸ਼ੂਆਂ ਦੀ ਗਿਣਤੀ ਵਿੱਚ ਆਉਂਦੇ ਹਾਂ ਕਿ ਜਾਂ ਗੁਰੂ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਇਨਸਾਨਾਂ ਦੀ ਕਤਾਰ 'ਚ ਖੜ੍ਹੇ ਹਾਂ। ਅਜੇ ਤੱਕ ਤੇ ਅਸੀਂ ਇੱਕ ਓਂਕਾਰ ਤੋਂ ਲੈ ਕਰਕੇ 18, 10, 20 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਵੀ ਨਹੀਂ ਕੀਤੇ। ਕਿੰਨੇ ਕੁ ਗੁਰੂ ਪਿਆਰੇ ਬੈਠੇ ਜਿਨ੍ਹਾਂ ਨੇ ਜ਼ਿੰਦਗੀ 'ਚ ਇੱਕ ਇੱਕ ਸਹਿਜ ਪਾਠ ਕਰ ਲਿਆ। ਅਜੇ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਪੜ੍ਹਾਂਗੇ ਕਦੋਂ, ਵਿਚਾਰਾਂਗੇ ਕਦੋਂ ਤੇ ਇਨਸਾਨਾਂ ਦੀ ਕਤਾਰ ਦੇ ਵਿੱਚ ਕਦੋਂ ਆਵਾਂਗੇ। ਗਾਉਣ ਨਾਲ ਗੱਲ ਨਹੀਂ ਜੇ ਬਣਨੀ ਕਿ 300 ਸਾਲ ਗੁਰੂ ਦੇ ਨਾਲ, 400 ਸਾਲ ਗੁਰੂ ਦੇ ਨਾਲ, 500 ਵੀ ਗਾਈ ਜਾਣਾ, ਆਉਣ ਵਾਲੀਆਂ ਪੀੜ੍ਹੀਆਂ ਨੇ 1000 ਵੀ ਗਾਈ ਜਾਣਾ। ਪਰ ਗੁਰੂ ਸਾਹਿਬ ਜੀ ਆਖਦੇ, ਜਿਨੀ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਨ ਪਸ਼ੂ ਢੋਰ ਗਵਾਰ। ਜੇ ਆਪਾਂ ਘਰ ਦੇ ਵਿੱਚ 4 ਜੀ ਆ ਨਾ ਪਰਿਵਾਰ ਦੇ,
ਡਾਕਟਰਾਂ ਕੋਲ ਜਾਂਦੇ ਆ ਨਾ ਮੈਡੀਸਨ ਲੈਣ, ਦਵਾਈਆਂ ਲੈਣ ਜਦੋਂ ਰੋਗੀ ਹੁੰਦੇ, ਤੇ ਜੇ ਪੱਕੀ ਹੀ ਸਤਿਗੁਰ ਮਹਾਰਾਜ ਕਿਰਪਾ ਕਰ ਰਹਿਮਤ ਵਰਤਣੀ ਸ਼ੁਰੂ ਹੋ ਜਾਵੇ, ਅਸੀਂ ਇੱਕ ਇੱਕ ਅੰਗ ਚਾਰੇ ਜੀ ਘਰ ਦੇ, ਅੱਜ 4 ਜੀ ਤੇ ਹਰ ਘਰ 'ਚ ਹੈ ਹੀ ਆ ਤਕਰੀਬਨ, ਚਾਰੇ ਜੀ ਇੱਕ ਇੱਕ ਅੰਗ ਸਹਿਜ ਪਾਠ ਦਾ ਰੋਜ਼ ਕਰ ਲਈਏ ਨਾ, ਘਰ ਵਿੱਚ ਸੈਂਚੀਆਂ ਰੱਖੀਏ, ਤੇ 1 ਸਾਲ ਦੇ ਵਿੱਚ ਸਹਿਜ ਪਾਠ ਦਾ ਸੰਪੂਰਨ ਭੋਗ ਪੈ ਜਾਂਦਾ। ਜੇ ਕਿਤੇ ਹੋਰ ਰਹਿਮਤ ਵਰਤ ਜੇ, ਕੱਲਾ ਕੱਲਾ ਜੀ ਆਪਣੇ ਜਨਮ ਦਿਨ ਵਾਲੇ ਦਿਨ ਹੀ ਤੁਸੀਂ ਸਹਿਜ ਪਾਠ ਆਰੰਭ ਕਰ ਲਓ, ਤੇ ਰੋਜ਼ ਦੇ 4 ਅੰਗ ਸਹਿਜ ਪਾਠ ਦੇ ਕਰੋਗੇ ਨਾ, 1 ਸਾਲ 'ਚ ਸਹਿਜ ਪਾਠ ਦਾ ਭੋਗ ਪੈ ਜਾਏਗਾ। ਤੇ ਜੇ ਰੋਜ਼ ਦਾ 1 ਹੀ ਅੰਗ ਕਰੋਗੇ ਤੇ 4 ਸਾਲ 'ਚ ਫਿਰ ਵੀ ਭੋਗ ਪੈ ਜਾਏਗਾ। ਸੋ ਮੈਂ ਆਪਣੇ ਵਿਸ਼ੇ ਵੱਲ ਆਵਾਂ। ਜ਼ਾਲਮ ਰਾਜ ਦੀਆਂ ਗਲਤ ਨੀਤੀਆਂ ਨੇ ਜਦ ਆਣ ਸਮਾਜ ਸੀ ਦੁਖੀ ਕੀਤਾ, ਧਰਮੀ ਪੁਰਖ ਦੀ ਪੱਗ ਨੂੰ ਹੱਥ ਪਾਇਆ, ਸਮਾਜ ਸਭ ਆਖਦਾ ਮੰਦਾ ਏ ਕਾਜ ਕੀਤਾ। ਉਸ ਦੇ ਜਿਸਮ ਨੂੰ ਸਾੜਿਆ ਅੱਗ ਉਤੇ, ਰਿਹਾ ਭਾਣੇ ਵਿੱਚ ਨਹੀਂ ਇਤਰਾਜ ਕੀਤਾ। ਇਹ ਜੋ ਚੱਲ ਰਹੀ ਲੜੀ ਸ਼ਹੀਦੀਆਂ ਦੀ, ਪੰਚਮ ਪਾਤਸ਼ਾਹ ਇਹਦਾ ਆਗਾਜ਼ ਕੀਤਾ। ਇਹ ਜੋ ਚੱਲ ਰਹੀ ਲੜੀ ਸ਼ਹੀਦੀਆਂ ਦੀ, ਗੁਰੂ ਅਰਜਨ ਦੇਵ ਪਾਤਸ਼ਾਹ ਇਹਦਾ ਆਗਾਜ਼ ਕੀਤਾ। ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸ਼ਹੀਦੀਆਂ ਦੇ ਲੜੀ ਦਾ ਆਗਾਜ਼ ਕੀਤਾ। ਪਹੂਵਿੰਡ ਦੀ ਧਰਤੀ ਦੇ ਉੱਤੇ ਇੱਕ ਪਰਿਵਾਰ ਰਹਿੰਦਾ ਹੈ, ਜ਼ਮੀਨ ਜਾਇਦਾਦ ਬੜੀ ਖੁੱਲ੍ਹੀ ਹੈ। ਅੱਜ ਬੜੇ ਨਿਰਾਸ਼ ਜਿਹੇ ਹੋ ਕੇ ਬੈਠੇ ਹਨ ਭਾਈ ਭਗਤੂ ਤੇ ਮਾਤਾ ਜਿਉਣੀ ਜੀ। ਖੂਹ ਦੇ ਉੱਤੇ, ਵੇਲਣੇ ਦੇ ਉੱਤੇ ਗੰਨਿਆਂ ਦਾ ਢੇਰ ਲੱਗਿਆ ਪਿਆ ਹੈ। ਅੱਜ ਗਾਂ ਦੀ ਪੀੜ੍ਹੀ ਨੂੰ ਤਾਂ ਪਤਾ ਨਹੀਂ ਹੋਣਾ ਕਿ ਗੁੜ ਕਿਵੇਂ ਬਣਦਾ। ਗੰਨਿਆਂ ਦਾ ਢੇਰ ਲੱਗਿਆ ਪਿਆ ਹੈ, ਖੂਹ ਵਗਦਾ ਹੈ, ਤੇ ਬੜੇ ਸ਼ਾਂਤ ਚਿੱਤ ਹੋ ਕੇ ਬੈਠੇ ਹਨ। ਹੁਣ ਜਦੋਂ ਸਿੱਖ ਦਾ ਕਿਤੇ ਚਿੱਤ ਡੋਲਦਾ ਨਾ, ਤੇ ਗੁਰੂ ਆ ਕੇ ਵਿੱਚ ਵਰਤ ਜਾਂਦੇ ਹਨ। ਇੱਕ ਖੁੱਲ੍ਹੇ ਲੰਬੇ ਦਾੜੇ ਵਾਲਾ ਗੁਰਸਿੱਖ ਆਇਆ, ਉਸ ਨੇ ਆ ਕੇ ਗੁਰੂ ਫਤਿਹ ਦੀ ਸਾਂਝ ਪਾਈ ਹੈ, ਤੇ ਨਾਲ ਹੀ ਸਵਾਲ ਕਰ ਦਿੱਤਾ, ਗੁਰਮੁਖੋ ਵੇਲਣੇ ਤੇ ਗੰਨਿਆਂ ਦਾ ਢੇਰ ਲੱਗਿਆ, ਖੂਹ ਵਗਦਾ ਹੈ, ਕਿਧਰੇ ਬੱਚੇ ਨਜ਼ਰ ਨਹੀਂ ਆਉਂਦੇ, ਕੋਈ ਰੌਣਕ ਨਹੀਂ ਦਿਖਦੀ। ਤੇ ਭਾਈ ਭਗਤੂ ਜੀ ਤੇ ਬਿਲਕੁਲ ਸ਼ਾਂਤ ਚਿੱਤ ਬੈਠੇ ਰਹੇ। ਮਾਤਾ ਜੀਵਨ ਕੌਰ ਜੀ ਦੀਆਂ ਤਾਹਾਂ ਨਿਕਲ ਆਈਆਂ। ਉਦੋਂ ਨਾਂ ਸੀ ਮਾਤਾ ਜਿਉਣੀ। ਮਾਤਾ ਜਿਉਣੀ ਨੇ ਤਾਹਾ ਮਾਰ ਕੇ ਰੋ ਕੇ ਇੱਕਦਮ ਆਖਿਆ, ਮਹਾਂਪੁਰਸ਼ੋ 17 ਸਾਲ ਹੋ ਗਏ ਗ੍ਰਸਥ ਜੀਵਨ ਆਰੰਭ ਹੋਏ ਨੂੰ, 17 ਸਾਲ ਹੋ ਗਏ ਵਿਆਹ ਨੂੰ, ਅਜੇ ਤੱਕ ਘਰ 'ਚ ਔਲਾਦ ਹੀ ਪ੍ਰਾਪਤ ਨਹੀਂ ਹੋਈ। ਉਸ ਗੁਰਮੁਖ ਪਿਆਰੇ ਨੇ ਆਖਿਆ, ਗੁਰਮੁਖੋ ਲੱਗਦੇ ਤੇ ਗੁਰੂ ਦੇ ਸਿੱਖ ਹੋ, ਤੇ ਗੁਰੂ ਦਾ ਸਿੱਖ ਕਦੇ ਡੋਲਦਾ ਨਹੀਂ। ਭਰੋਸਾ ਰੱਖੋ, ਵਿਸ਼ਵਾਸ ਰੱਖੋ ਗੁਰੂ ਤੇ, ਗੁਰੂ ਸਾਹਿਬ ਅੰਗ ਸੰਗ ਹੋ ਕੇ ਸਹਾਈ ਹੋਣਗੇ। ਤੁਸਾਂ ਬੇਬੇ ਨਾਨਕੀ ਦਾ ਇਤਿਹਾਸ ਨਹੀਂ ਪੜ੍ਹਿਆ, ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਨਹੀਂ ਪੜ੍ਹਿਆ। 1632 ਈਸਵੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਾਦੀ ਹੋਈ ਮਾਂ ਗੁਜਰ ਕੌਰ ਜੀ ਦੇ ਨਾਲ, ਤੇ 1666 ਵਿੱਚ ਪੂਰੇ 34 ਸਾਲ ਦੇ ਬਾਅਦ ਘਰ ਦੇ ਵਿੱਚ ਔਲਾਦ ਪ੍ਰਾਪਤ ਹੋਈ। ਮਾਫ ਕਰਨਾ, ਅੱਜ ਕਿਤੇ ਗ੍ਰਸਥ ਜੀਵਨ ਤੋਂ ਬਾਅਦ 34 ਮਹੀਨੇ ਦਾ ਸਮਾਂ ਵੀ ਨਿਕਲ ਜਾਏ ਨਾ, ਕਿਤੇ ਉਹ ਗੁਰੂ ਸਾਹਿਬ ਤੋਂ ਉੱਠ ਕੇ ਨਾ ਕਿਰਪਾ ਕਰਨ, ਸਾਡੇ ਕਰਮਾਂ ਅਨੁਸਾਰ ਕਿਤੇ ਔਲਾਦ ਨਾ ਪ੍ਰਾਪਤ ਹੋਵੇ। ਅਸੀਂ ਕੋਈ ਡੌਲਾ ਨਹੀਂ ਛੱਡਦੇ ਜਿਹਦੇ ਨਾਲ ਤਵੀਤ ਨਾ ਬੰਨਿਆ ਹੋਵੇ। ਅਸੀਂ ਕੋਈ ਬਾਬਾ ਨਹੀਂ ਛੱਡਦੇ ਜਿਹਦੇ ਕੋਲ ਅਸੀਂ ਪੁੱਤ ਮੰਗਣ ਨਾ ਗਏ ਹੋਈਏ। ਪਰ ਸਾਡੇ ਗੁਰੂ ਸਾਹਿਬ ਮਹਾਰਾਜ ਨੇ ਜੇ ਸਾਨੂੰ 3 ਉਪਦੇਸ਼ ਬਖਸ਼ੇ ਨਾ, ਬਾਬੇ ਨਾਨਕ ਪਾਤਸ਼ਾਹ ਨੇ ਆਖਿਆ ਕਿਰਤ ਕਰੋ। ਕਦੋਂ ਆਖਿਆ? ਅੱਜ ਕੱਲ੍ਹ ਦੇ ਸਾਡੇ ਵਰਗੇ ਬਾਬਿਆਂ ਵਾਂਗ ਨਹੀਂ ਆਖਿਆ ਕਿ ਆਪ ਕੁਛ ਨਹੀਂ ਕਰਨਾ, ਆਪ ਡੱਕਾ ਭੰਨ ਕੇ ਦੋਹਰਾ ਨਹੀਂ ਕਰਨਾ ਤੇ ਸੰਗਤਾਂ ਨੂੰ ਕਹੀ ਜਾਣਾ, ਉਪਦੇਸ਼ ਦੇਈ ਜਾਣਾ ਕਿ ਕਿਰਤ ਕਰੋ।
ਮੇਰੇ ਬਾਬੇ ਨੇ ਬਾਲ ਅਵਸਥਾ ਦੇ ਵਿੱਚ ਮੱਝੀਆਂ ਚਾਰੀਆਂ, ਉਹ ਵੀ ਇੱਕ ਕਿਰਤ ਸੀ। ਫਿਰ ਬਾਬੇ ਨੇ ਭਰ ਜਵਾਨੀ ਦੇ ਵਿੱਚ ਮੋਦੀ ਦੀ ਕਾਰ ਕੀਤੀ, 13 ਤੋਲਿਆ, ਉਹ ਵੀ ਇੱਕ ਕਿਰਤ ਸੀ। ਮੇਰੇ ਬਾਬੇ ਨੇ ਬਜ਼ੁਰਗ ਅਵਸਥਾ ਦੇ ਵਿੱਚ ਹਲਦੀ ਜੰਗੀ ਪਕੜ ਕੇ ਖੇਤੀ ਕੀਤੀ, ਉਹ ਵੀ ਕਿਰਤ ਸੀ। ਫਿਰ ਸਾਨੂੰ ਆਖਿਆ ਕਿਰਤ ਕਰੋ। ਆਪ ਬਾਬੇ ਨੇ ਨਾਮ ਜਪਿਆ ਤੇ ਕਿੱਥੇ ਤੱਕ ਜਾ ਕੇ ਜਪਾਇਆ? ਬਗਦਾਦ ਸ਼ਹਿਰ ਤੱਕ ਜਪਾਇਆ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ। ਫਿਰ ਬਾਬਾ ਮੱਕੇ ਗਿਆ। ਸਾਡੇ ਵਰਗੇ ਜਿਹੜੇ ਪ੍ਰਚਾਰਕ ਆ ਨਾ, ਜਿਹੜੇ ਕੱਟੜਪੰਥੀ ਲੋਕ ਆ ਮੇਰੇ ਵਰਗੇ, ਅਸੀਂ ਆਪਣੀਆਂ ਜਥੇਦਾਰੀਆਂ ਚਮਕਾਉਣ ਲੱਗ ਪੈਂਦੇ ਆ। ਅਸੀਂ ਗੁਰੂ ਦੀ ਮਰਜ਼ਾਦਾ ਨੂੰ ਸਿੱਕੇ ਤੇ ਟੰਗ ਦਿੰਨੇ ਆ। ਅੱਜ ਮੈਂ ਕਈ ਵਾਰ ਦੇਖਿਆ, ਕਹਿਣਗੇ ਜੀ ਫਲਾਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਜਾਣੇ ਚਾਹੀਦੇ। ਕਿਉਂ ਨਹੀਂ ਜਾਣੇ ਚਾਹੀਦੇ? ਉੱਥੇ ਜੀ ਜਗ੍ਹਾ ਬਣੀ ਹੋਈ ਆ। ਕਿਸੇ ਦੇ ਘਰ ਪੁਰਬਲੇ ਬਜ਼ੁਰਗਾਂ ਦੀਆਂ ਕਈਆਂ ਨੇ ਜਗ੍ਹਾ ਬਣਾਈਆਂ, ਕਿਸੇ ਨੇ ਜਠੇਰੇ ਬਣਾਏ, ਕਿਸੇ ਨੇ ਹੋਰ ਕੋਈ ਜਗ੍ਹਾ ਬਣਾਈ, ਜਾਂ ਕਈਆਂ ਘਰਾਂ 'ਚ ਪੁਰਾਤਨ ਸਮੇਂ ਦੇ ਮੁਸਲਮਾਨਾਂ ਦੀ ਜਗ੍ਹਾ ਵੀ ਬਣੀਆਂ ਹੋਈਆਂ। ਕਈ ਨਹੀਂ ਢਾਉਂਦੇ, ਪਈਆਂ ਰਹਿਣ ਦਿੰਦੇ। ਕਹਿਣਗੇ ਜੀ ਉਸ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਜਾਣੇ ਚਾਹੀਦੇ, ਉੱਥੇ ਜਗ੍ਹਾ ਬਣੀ ਆ। ਕਿਉਂ? ਮੱਕੇ ਜਗ੍ਹਾ ਨਹੀਂ ਸੀ ਬਣੀ। ਫਿਰ ਬਾਬਾ ਮੱਕੇ ਗਿਆ। ਉਦੋਂ ਬਾਬਾ ਕੌਣ ਸੀ? ਉਦੋਂ ਬਾਬਾ ਸਰੀਰ ਵਿੱਚ ਵਰਤ ਰਿਹਾ ਸੀ। ਅੱਜ ਬਾਬਾ ਕੌਣ ਹੈ? ਅੱਜ ਬਾਬਾ ਸ਼ਬਦ ਵਿੱਚ ਵਰਤ ਰਿਹਾ ਹੈ। ਅੱਜ ਬਾਬਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਅਸੀਂ ਆਪਣੀ ਮੱਤ ਅਨੁਸਾਰ ਗੁਰੂ ਨੂੰ ਸੇਧ ਦਿੰਦੇ ਹਾਂ ਕਿ ਗੁਰੂ ਸਾਡੀ ਮਰਜ਼ੀ ਨਾਲ ਚੱਲਣਗੇ। ਨਹੀਂ, ਅਸੀਂ ਗੁਰੂ ਸਾਹਿਬ ਦੀ ਮਰਜ਼ੀ ਦੇ ਨਾਲ ਚੱਲਣਾ। ਜੇ ਬਾਬਾ ਉਸ ਸਥਾਨ ਤੇ ਨਹੀਂ ਜਾਏਗਾ, ਕਿਉਂ ਦਾਦੂ ਪੀਰ ਦੀ ਸਮਾਧ ਤੇ ਨਹੀਂ ਗਏ ਕਲਗੀਧਰ ਪਿਤਾ ਜੀ, ਪਰ ਦਾਦੂ ਪੀਰ ਦੀ ਸਮਾਧ ਤੇ ਜਾ ਕੇ ਸਤਿਗੁਰ ਨੇ ਮੱਥੇ ਨਹੀਂ ਟੇਕੇ। ਸਤਿਗੁਰ ਨੇ ਉੱਥੇ ਵੀ ਸ਼ਬਦ ਦਾ ਉਪਦੇਸ਼ ਦਿੱਤਾ। ਕਲਗੀਧਰ ਪਿਤਾ ਨੇ ਵੇਖਿਆ ਮੇਰਾ ਖਾਲਸਾ ਕਿੰਨਾ ਕੁ ਸੁਚੇਤ ਹੈ, ਤੀਰ ਕੱਢਿਆ ਪੱਥੇ ਚੋਂ ਤੇ ਇਸ ਤਰ੍ਹਾਂ ਕਰਕੇ ਝੁਕਾ ਦਿੱਤਾ। ਤੇ ਉਸ ਸਮੇਂ ਖਾਲਸਾ ਇੰਨਾ ਸੁਚੇਤ ਸੀ, ਕੋਈ ਇਤਿਹਾਸਕਾਰ ਕਹਿੰਦਾ ਭਾਈ ਦਇਆ ਸਿੰਘ ਨੇ ਜਾ ਕੇ ਬਾਂਹ ਪਕੜ ਲਈ ਸੀ। ਸਤਿਗੁਰੂ ਜੀ ਤੁਸੀਂ ਤੇ ਸਾਨੂੰ ਕਹਿੰਦੇ ਹੋ ਮੜੀ ਮਸਾਣ ਮਟ ਭੂਲ ਨਾ ਮੰਨੇ, ਪਰ ਤੁਸੀਂ ਕਿਉਂ ਇਸ ਸਮਾਧ ਤੇ ਨਮਸਕਾਰ ਕੀਤੀ, ਭਾਵੇਂ ਤੀਰ ਨਾਲ ਹੀ ਕੀਤੀ? ਜੇ ਨਮਸਕਾਰ ਹੀ ਕਰਨੀ ਹੁੰਦੀ ਫਿਰ ਸੀਸ ਵੀ ਝੁਕਾਇਆ ਜਾ ਸਕਦਾ ਸੀ ਨਾ। ਪਰ ਸਤਿਗੁਰਾਂ ਨੇ ਵੇਖਣਾ ਸੀ ਇਹਨਾਂ ਦਾ ਅੰਦਰ ਕਿੱਥੇ ਕੁ ਟਿਕਿਆ ਹੋਇਆ ਹੈ। ਮੈਂ ਤੇ ਸਾਰਾ ਸਰਬੰਸ ਵਾਰ ਦਿੱਤਾ ਇਹਨਾਂ ਵਾਸਤੇ, ਪਰ ਇਹਨਾਂ ਦਾ ਅੰਦਰ ਕਿੱਥੇ ਕੁ ਟਿਕਿਆ ਹੈ। ਸਤਿਗੁਰੂ ਜੀ ਮਹਾਰਾਜ ਕਹਿੰਦੇ ਆ 100 ਦਮੜਾ ਲਓ ਤੇ ਕੜਾ ਪ੍ਰਸ਼ਾਦੀ ਦੇ ਕਰੋ, ਅਰਦਾਸ ਕਰ ਦਿਓ ਭੁੱਲ ਦੀ। ਭਾਈ ਦਇਆ ਸਿੰਘ ਇੱਕਦਮ ਚਰਨਾਂ ਤੇ ਟੈ ਪਏ। ਸਤਿਗੁਰੂ ਨਹੀਂ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਕਦੇ ਭੁੱਲਦਾ ਨਹੀਂ ਹੈ। ਦਾਤਾ ਜੀ ਦੱਸੋ, ਇਹ ਤੁਹਾਡੀ ਮੌਜ ਹੈ ਕੋਈ? ਦੱਸੋ ਤੁਸੀਂ ਕਿਉਂ ਤੀਰ ਨਾਲ ਨਮਸਕਾਰ ਕੀਤੀ? ਤੇ ਮਹਾਰਾਜ ਕਹਿੰਦੇ ਮੈਂ ਦੇਖਣਾ ਚਾਹੁੰਦਾ ਸੀ ਆਉਣ ਵਾਲੇ ਸਮੇਂ 'ਚ ਕੋਈ ਵੱਡਾ ਝੋਲਾ ਪਾ ਕੇ ਕੋਈ ਤੁਹਾਨੂੰ ਮਰਜ਼ਾਦਾ ਤੋਂ ਕਰਾਹੇ ਪਾ ਦੇਵੇਗਾ, ਕਿਤੇ ਗੁਰੂ ਨੂੰ ਛੱਡ ਕੇ ਤੁਸੀਂ ਬਾਬਿਆਂ ਦੇ ਪਿੱਛੇ ਤੇ ਨਹੀਂ ਲੱਗ ਜਾਓਗੇ। ਅੱਜ ਮੇਰੇ ਵਰਗਾ ਇੱਥੇ ਕਹਿ ਕੇ ਚਲਿਆ ਜਾਵੇ ਕਿ ਫਲਾਣੇ ਘਰ ਤੁਸੀਂ ਮਹਾਰਾਜ ਦੀ ਸਵਾਰੀ ਨਾ ਲੈ ਕੇ ਜਾਇਓ, ਆਪਾਂ ਪਤਾ ਕੀ ਆਖਣਾ? ਉਹ ਗਿਆਨੀ ਜੀ ਆਏ ਸੀ, ਉਹ ਕਹਿ ਕੇ ਗਏ। ਉਹ ਗਿਆਨੀ ਜੀ ਕੌਣ ਹੁੰਦਾ? ਸੁਣਨਾ ਉਹਨਾਂ ਸਾਰਿਆਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਆ। ਸੰਗਤ ਉਹਨਾਂ ਸਾਰਿਆਂ ਦੀ ਕਰਨੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਦੇ ਆ। ਜੁੜਨਾ ਕਿਸੇ ਸਰੀਰ ਦੇ ਨਾਲ ਨਹੀਂ, ਜੋੜਨਾ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਹੈ। ਜੇ ਗੁਰੂ ਉਸ ਜਗ੍ਹਾ ਨਾ ਜਾਂਦੇ ਤੇ ਗੁਰਮੁਖ ਪਿਆਰਿਓ ਫਿਰ ਉੱਥੇ ਜਾ ਕੇ ਹੋਕਾ ਨਾ ਦਿੰਦੇ ਤੇ ਉਹ ਕਿਵੇਂ ਗੁਰਮਤਿ ਦੇ ਅੰਦਰ ਆਉਂਦੇ? ਜੇ ਕਿਸੇ ਘਰ 'ਚ ਜਗ੍ਹਾ ਵੀ ਬਣੀ ਨਾ, ਮੈਂ ਵਿਸ਼ੇ ਤੋਂ ਹਟ ਕੇ ਥੋੜ੍ਹੀ ਬੇਨਤੀ ਕਰ ਰਿਹਾ, ਜੇ ਸਾਡੇ ਗੁਰੂ ਸਾਹਿਬ ਉੱਥੇ ਨਹੀਂ ਜਾਣਗੇ ਤੇ ਉੱਥੇ ਜਾ ਕੇ ਕਿਵੇਂ ਉਪਦੇਸ਼ ਦੇਣਗੇ? ਜਦੋਂ ਉੱਥੇ ਗੁਰੂ ਦੀ ਬਾਣੀ ਚੱਲੇਗੀ, ਜਦੋਂ ਗੁਰੂ ਸਾਹਿਬ ਆਖਣਗੇ ਮੜੀ ਮਸਾਣ ਮਟ ਭੂਲ ਨਾ ਮਾਨੇ, ਕੋਈ ਕਥਾਵਾਚਕ ਜਾਏਗਾ, ਕੋਈ ਪ੍ਰਚਾਰਕ ਜਾਏਗਾ, ਉੱਥੇ ਪ੍ਰਚਾਰ ਹੋਏਗਾ ਤੇ ਉਹ ਇੱਕ ਦਿਨ ਉਹ ਮੱਟ ਉਹ ਜਗ੍ਹਾ ਆਪਣੇ ਆਪ ਹੀ ਢਾਹ ਦੇਵੇਗਾ। ਪਹਿਲਾਂ ਸਾਡੇ ਅੰਦਰ ਜਿਹੜੀਆਂ ਜਗ੍ਹਾ ਬਣੀਆਂ ਸਾਨੂੰ ਉਹ ਢਾਉਣੀਆਂ ਪੈਣੀਆਂ ਕਿ ਐਸ ਘਰ ਨਹੀਂ ਸਤਿਗੁਰ ਨੇ ਜਾਣਾ, ਸਤਿਗੁਰ ਨੇ ਤੇਰੀ ਮਰਜ਼ੀ ਨਾਲ ਨਹੀਂ ਜਾਣਾ।
सतगुਰਾਂ ने अपनी मर्जी ना जाना। जदों उन्हां दी मौज सी ना, उन्हां नूं पता लगा बगदाद दे विच बांग देण ते मनाही कर दित्ती उत्थे दे हाकम ने, ते कहंदे मरदानिया रबाब गुलाब कर, चल बगदाद चलीए। फिर बाबा गया बगदाद नूं, बाहर जाए की आस्थाना। फिर बाबा मक्के गया, ते मक्के जाके बाबा फिर बैठा कित्थे? बैठा जाए मसीत विच। अज तुसीं कहंदे हो किसे दे घर छोटी जी जगह बनी आ, ਉਹਦਾ जिड्डा मर्जी वड्डी कोठी होवे, उत्थे आपां बाबे नूं जाण ही नहीं देना, ਉਹਦੇ घर च जगह बनी आ। पर उदों बाबा कित्थे बैठा सी? जाके बैठा जाए मसीत विच, जिथे हाजी हज गुजारी। भाई गुरदास साहब दी वारां नूं गुरु ग्रंथ साहब दी कुंजी का खिताब प्राप्त है। कुंजी ना होवे ते बिल्डिंग के अंदर एंट्री नहीं होंदी, ताला नहीं खुलदा। मसीत जाके बाबा उत्थे बैठा जिथे उन्हां दा मेन हाजी बैठ के हज पढ़दा सी। बैठा जाए मसीत विच जिथे हाजी हज गुजारी। वो अज तुसीं कहंदे जगह ते उत्थे महाराज नहीं जाण देने, जदों गुरु महाराज पहुँच गए वो जगह नहीं रही, वो जगह खत्म हो गई। जिथे जाए बहे मेरा सतगुरु, सो थान सहावा राम राजे। वो गुरबाणी तो सेध लईए। अज वेखो आके किते गुरुद्वारा दमदमा श्री हरगोबिंदपुर, जिथे दूसरी जंग लड़ी सतगुरु गुरु हरगोबिंद साहब महाराज ने। अज का मेरा ये विषय नहीं, मैं वापस विषय वाल परता। सतगुर ने उथे सारे मुसलमानों दीयां लाशां नूं इकट्ठियां करके दफना के कहंदे विछाओ दरी उत्ते, और चौंकड़ा लगा लिया। और चौंकड़ा लगा करके कहंदे तुहाडे संगत चो है कोई जो मैनूं जपजी साहब सुना सके? ते भाई गोपाला जी ने आके जपजी साहब सुनाया। जपजी साहब की महानता किते सरवण करियो। मैं तो जिक्र करदा हुन्ना कि साडे हालात समाज दे इहो जिहे आ, मेरे वर्गा कथावाचक जो भी सुना के चला गया आपां उही सुन लेना। मैं बड़ा धन्नवादी हाँ भाई साहब होना दा, इन्हां कहा बाबा दीप सिंह दा आपां इतिहास सुनाउणा। अज ये बड़ी खुशी की गल है। तुसीं विशा दिया करो कथावाचक नूं कि असीं 10 गुरु साहिबान चों गुरु हरराय साहब का इतिहास सुनना जी, गुरु अंगद देव पातशाह का इतिहास सुनना, गुरु अमरदास साहब पातशाह का इतिहास सुनना। तुसीं आप विशा दिया करो कि अज सानू ज्ञानी जी आ इतिहास सुना के जाओ। आ सानू सचेत होने की लोड़ है। पर जो सुना दिता जाता असीं सुन के मन के उस तरह ही चले जाने। सुनना सारियां नूं है, फिर समझना तो फिर गुरु ग्रंथ साहब कोलों सेध लैनी आ कि वाकई आ गल सही है कि नहीं, प्रगट गुरां की दे हन। अज जदों गुरमुख प्यारिओ जिथे गुरु जाके बह जांदा उत्थे गुरुद्वारा साहब बन जांदा। उत्थे ना मड़ी रहिंदी, ना उत्थे मसीत रहिंदी, ना फिर वो किसी का घर रहिंदा, वो गुरु का घर हो जाया करदा है। अज आपां 2 साल विआह नूं लंघ जाण, उड़ाद ना होवे ते भटक जाने हाँ, डोल जाने हाँ। अज 17 साल बाद घर विच पुत्र पैदा होया ते उस महापुरुष ने आख्या सी दीप जरूर जगेगा तुहाडे घर, तुसी विश्वास रखियो। गुरु ने प्रैक्टिकल किया। जे गुरु ने आख्या किरत करो, किरत कीती। जे गुरु ने क्या नाम जपो, आप जपया ते बगदाद तक मक्के तक जाके जपाया, ले तक जपाया। ते फिर बाबे ने आख्या नाम जपो। बाबे ने आप वंड के छकिया, छकाया ते फिर सानू उपदेश दिता वंड के छको। अज सानू पहला आप प्रैक्टिकल करना पेगा, फिर उहदा उपदेश का असर जिहड़ा ज़्यादा हुंदा। अज प्रचार बड़ा हो रहा, पर प्रचार का असर पता क्यों नहीं आ? मेरे वर्गे ने तुहानू स्टेज ते 1 घंटा आके कहना गुरबाणी पढ़ो, गुरबाणी सुनो, पर की असी कथावाचक, असी पंथ के विद्वान अखाउण वाले किन्ने को गुरबाणी सुनते आ। टिब्बी साहब प्रोग्राम सी मेरा कथा का, तो असी 11 बजे पहुँचे तो वेख के हैरान हो गए। टाइम सी 2 तो 3 का। कहते ज्ञानी जी गलती नाल ते नहीं आ गए? मैं कहा गलती नाल नहीं आया, मेरे गुरु ने तरस किया, मैनू इन्हां स्टेजां ते बाबा बुढ़ा जी वाले स्थान ते बिठाया। मैं तुहानू 1 घंटा कहना गुरबाणी सुनो, गुरबाणी पढ़ो, तो 2 घंटे घट तो घट बैठ के मैं सुनांगा, तो मैनू फिर कहण दा जरूर आनंद आएगा। क्योंकि असी फौजी हाँ, गुरु गोबिंद सिंह महाराज की फौज के भी सिपाही हाँ, तो इंडियन आर्मी के भी सिपाही हाँ।
क्योंकि सानू उपदेश ही ये है गुरु साहब महाराज जी का कि पहला आप सावधान हो तो फिर दूसरों को उपदेश देवांगे, उहदा असर होएगा। असीं तुहानू कहने कि संगत पंगत करो, पहले पंगत पाछे संगत कहने ना, पर किन्ने क मेरे वर्गे कथावाचक जिहड़े गुरुद्वारियां च पंगतां च बह के लंगर छक के जांदे आ। तुसीं कहो साडे घर गरीबी बड़ी आ, ते कोई विद्वान कहेगा अरदास करो, बाणी पढ़िया करो, ते जदों मेरे वर्गा कहंदा 1 घंटे का 20,000 30,000 50,000 दोगे तां कथा करन आवांगा, तां कीर्तन करन आवांगा, फिर मैं अपने लिए अरदास नहीं कर सकदा, मैं गुरबाणी नहीं पढ़ सकदा। इहदा मतलब मैं तुहानू कहना वा तुसी गुरु ते भरोसा रखो, इहदा मतलब मैनू भरोसा नहीं है। मैं दमदमा साहब भी बेनती कीती सी संगत नू कि सिੱਖੀ दा प्रचार या वपार, जदों वपार होएगा उहदे च लाभ हानि वेख्या जाएगा, ते जदों सिੱਖੀ दा प्रचार होएगा उहदे च फिर लाभ हानि नहीं वेखी जाएगी, उहदे च इक्को चीज़ देखी जाएगी, जो तो प्रेम खेलन का चाओ, सिर धर तली गली मेरी आओ, इत मार्ग पैर धरी जै, सिर दीजै कान ना कीजै। मैनू बड़ी खुशी हुई, तो महापुरुषों दी फोटोआं ला रखियां, दमदमी टकसाल दे 14वें मुखी संत बाबा जरनैल सिंह होना दियां, जिन्हां ने इन्हां बचनां नू कमाया अपने जीवन दे विच। पहला मरण कबूल, पंचम पातशाह, पहला मरण कबूल, जीवन की छड़ आस, हो सबन की रेणुका, तो आओ हमारे पास। सो गुरमुख प्यारिओ, अज 17 साल बाद घर च औलाद प्राप्त होंदी है। सबर किहो जिहा हो गया जदों गुरसिख ने आख्या तुसी बेबे नानकी दा इतिहास नहीं पढ़िया, तुसी बाबे नानक दे पहले सिख दा इतिहास नहीं पढ़िया, पहला सिख है बेबे नानकी। साडियां भैणां बड़ियां वड्डियां भागां वालियां जिन्हां नूं गुरु नानक साहब दे घर दे विच जगह मिली आ। इत्थे बराबरता ही नहीं, इत्थे बीबियां नूं उच्चा दर्जा मिलिया। बाबे नानक दा पहला सिख भी बेबे नानकी है, ते बाबे नानक ने आख्या गुरदेव माता गुरदेव पिता। पहला बच्चे दा गुरु बच्चे दी माँ है, वो चाहे तो संत बना देवे, चाहे तो सिपाही बना देवे, चाहे तो जरनैल बना देवे, चाहे तो चोर डाकू भी बना सकती है। पहला बच्चे दा गुरु बच्चे दी माँ है, ते बेबे नानकी पहला सिख है बाबे नानक पातशाह दा। सारे कहंदे सी नानक वेई विच डुब गया, पर कली बेबे नानकी अडोल बैठी सी, कहंदी मेरा वीर ते जग तारन आया, वो डुब नहीं सकदा। इन्ना टुट विश्वास सी। होर विश्वास देखो, दूर दराडे देश बगदाद दे अंदर सुता पिया ए साध फकीर कोई, सुते सुध ही फुरना यो फुरिया, जिवें सानू आण किसे जगाया ए, उठ रबाब संभाल मरदानिया होए, अज भैन नानकी सानू बुलाया है। किहड़ा टैलीफोन सी, किहड़ा मोबाइल सी। ते जदों बाबा नानक पातशाह आके पहुँचे ना सुल्तानपुर, जिथे अज दी साइंस दा एंड हुंदा ना, उत्थे बाबे नानक दी साइंस दी शुरुआत हुंदी है। जदों आके पहुँचे एकदम बेबे चरना ते झुकी। बाबे नानक पातशाह ने भैन दे चरण छूने चाहे, ते एकदम गलवखड़ी विच लै लिया, ते बाबे नानक ने आख्या बेबे तू वड्डी भैन आ मेरी, तू 5 साल वड्डी आ। ते बेबे ने आख्या वीर ना, वीर ते है मेरा तू, पर तेनू मैं अपना रब जानिया, तेनू मैं अपना मुर्शद जानिया। एक बारी मैनू गुरु जान के, अपना चेला सेवक जान के अपने चरना ते सीस ते धर लैण दे। ते बाबे नानक ने घुट के गलवकड़ी पाली, कहंदे भैन तू वड्डी भैन आ मेरी, 5 साल मेरे तो वड्डी हाँ। फिर आखदे बेबे अज किवें याद कीता? कहंदी मैं बाबे नानक पातशाह नूं कहंदी वीर ना, मेरा सचखंड जाण दा वेला आ गया सी, ते मेरे चित्त विच ख्याल सी रब वर्गे वीर नूं एक बार प्रशादा छका के जावां, जांदी वार एक बार वीर दे दर्शन कर लवां। देखो भैन ने याद किया, सुल्तानपुर बैठी ने, ते बाबा जी बगदाद तो पहुँच गए। 10वें जामे दे विच असीं अरदास विच कहने ना, गुरु गोबिंद सिंह साहब जी सब थाई होए
सहाय। ये जोत इको ही है, साड़ी सोच विच फर्क हो सकता। अज मेरे वर्गे कई कह देंगे जी गुरु नानक दा रस्ता वक्सी, पंचम पातशाह तक शस्त्र नहीं चुकिया जी, छेवीं पातशाही ने शस्त्र चक लिया। कौन कहता नहीं शस्त्र चुकिया? असीं कहने जोड़ियां दी शुरुआत गुरु गोबिंद सिंह महाराज ने की। जोड़ियां दी शुरुआत पहली पातशाही ने कर दी सी। सज्जे बाला ते खब्बे मरदाना, बाला ते मरदाना जोड़ी नहीं है। असीं कहने शस्त्र नहीं चुकिया, सब तो पहला शस्त्र दी मुट्ठी नूं हथ गुरु नानक साहब महाराज ने पाया। जोत इको ही है। 712 ईस्वी दे विच मीर कासम आया, कदे मीर कासम, कदे गजनवी, कदे गौरी, कदे अबदाली ने साड़ी इज्जत आबरू नूं वंगारिया। इत्थों दियां बहु बेटियां नूं गजनवी बाजारां अंदर टके टके दे भाव वेचिया जांदा रहा। इत्थे दे लोकां ने जुल्म अगे नज़रां झुका लईआं। पर पहला एक मर्द प्रगट होया 15 अप्रैल 1469 ईस्वी नूं कतक दी पूर्णमासी नूं पिता मेहता कालू दे गृह विखे प्रगटे नानक राय माता त्रिपता दी कुख तो, जिन्हें सब तो पहली बार चढ़ के आए हमलावर नूं, बाबर तू जाबर है, तेरी फौज मुकदमशी कुत्तियां दी फौज है। मंगारिया कि नहीं मंगारिया? असीं कहने बाबे ने जंग नहीं लड़ी। कौन कहता नहीं जंग लड़ी? ये जंग नहीं है। पहला विचार हुंदी, फिर तकरार हुंदी, फिर शस्त्र की वारी आ जाती। तो जदों कोई विचार दे नाल ही मन गया, बाबर गुरु नानक साहब के चरणों ते ढह पिया, फिर शस्त्र चक्कण की लोड़ नहीं पई। लेकिन बाबे ने हुक्म दे दिता, जे जीवे पत लथी जाए, सबो हराम जेता किश खाए। ये बाबे का ही हुक्म कलगीधर पातशाह ने लिखा सी पंडाल के दोनों गेटां ते, जदों 1699 नूं, जो तो प्रेम खेलन का चाओ, सिर धर तली गली मेरी आओ। दूजे गेट ते लिखिया सी, इत मार्ग पैर तरीजै, सिर दीजै कान ना कीजै। आपां किवें कहने बाबे ने हथियार नहीं चक्या? भाई गुरदास साहब दी वारां पढ़ो। आसा हथ, हथ च डंडा सी बाबे दे, आसा हथ, किताब कश, कूजा बांग मुसला तारी। इतिहास गवाह है साडे को, कला इतिहास नहीं, बाबे दी गुरबाणी अगवाही भरदी है। जो तो प्रेम खेलन का चाओ, सिर तर तली गली मेरी आओ। इत मार्ग पैर तरीजै, सिर दीजै कान ना कीजै। पंचम पातशाह दी बाणी गवाही भरदी है। पहला मरण कबूल, जीवन की छड़ आस, हो सबन की रेणका, तो आओ हमारे पास। चौथे पातशाह मोहर लाउंदे हन। सतगुरु जी आखदे हन, तन मन काट काट सब अरपी विच अग्नि आप जलाई, पखा फेरी पानी ढोवा जो देवै सो पाई। सो गुरु साहब की जोत एक ही है। मैं किसी दिन समा बनया ना 10 पातशाही का आप नाल विचार करांगा कि 10 पातशाहियां किवें एक जोत हन। पहली पातशाही ने इनकलाब वास्ते बाबर नूं जाबर किया, दूजी पातशाही ने रंग भरिया हुक्म मनण दा रंग, तीसरी पातशाही ने सेवा का रंग। 10 पातशाही की विचार नाल जुड़ांगे, समा बड़ा थोड़ा है। आओ इस पासे चलीए। गुरु नानक साहब ने पुछया, बेबे अज किवें याद किया? कहंदे सचखंड जाण दा वेला आ गया। ये मैं तां जिक्र कर रहा, बाबा दीप सिंह के इतिहास नाल जुड़दी ये गल। कहंदे सचखंड जाण दा वेला आ गया। कहंदे बेबे चिखा नूं अग्नि ते पुत्र दिंदा है। कदे सुनिया तुसीं बेबे नानकी दे पुत्र दा की नां सी? कदे सुनिया बेबे नानकी दी धी दा की नां सी? जो सुना दिता गया असीं सुन के चले गए। क्यों नहीं सवाल करते कि बेबे नानकी दा भी किते इतिहास सुना दिओ? भाईया जयराम जी सन बेबे जी दे पति। कहंदे बेबे चिखा नूं अग्नि पुत्र दिंदे हन, ते बेबे तेरे ते घर औलाद ही कोई नहीं है। कदे तेरे चित्त विच ख्याल नहीं आया मेरे घर भी एक लाल होवे? ते बेबे ने हथ जोड़ के आख्या, वीरना मैं तेरे प्यार च इन्नी कू भिजी रही, जिंदगी भर कदे चित्त च ख्याल ही नहीं आया कि मेरे घर औलाद ही कोई नहीं है। की मैसेज मिलिया? गुरु नानक दे पहले सिख ने, बेबे नानकी ने यह सुनेहा दिता कि जे किते कोई दुनिया की दात नहीं मिली ना, तो यदा मतलब ये नहीं कि दाते नूं टुट जाओ। कई कहते ना मैं शराब तां पीना मेरे घर औलाद कोई नहीं, कोई कहता मैं नशे च तां गुलताना मैनू आ दात नहीं मिली। वो जड़ियाँ तेनों मिलियां उन्होंने याद कर, जड़ियाँ नहीं मिलियां वो फिक्कियां दिखणगियां। 10 वस्तु ले पाछे पावे। 10 वस्तुआं मिलियां, माता पिता मिल गई, भैन भरा मिले, संसारी रिश्ते मिले, घर बार मिल गया,
ਜਿਹਨੂੰ ਇੱਕ ਅੱਖ ਨਹੀਂ ਮਿਲੀ ਉਹਨੂੰ ਪੁੱਛ ਜਰਾ ਕਿ ਜੇ ਤੈਨੂੰ ਅੱਖ ਮਿਲ ਜੇ ਤਾਂ ਕੀ ਕਰੇਗਾ। ਜਿਹਨੂੰ ਦੋ ਲੱਤਾਂ ਨਹੀਂ ਮਿਲੀਆਂ ਉਹਨੂੰ ਪੁੱਛ ਕਿ ਤੈਨੂੰ ਲੱਤਾਂ ਮਿਲਣ ਤੋਂ ਕਹੇਗਾ ਮੈਂ ਰੋਜ਼ ਹੀ ਗੁਰਦੁਆਰਾ ਸਾਹਿਬ ਚੱਲ ਕੇ ਜਾਊਂਗਾ। ਪਰ ਸਾਨੂੰ ਇਹ ਦਾਤਾਂ ਆਸਾਨੀ ਨਾਲ ਮਿਲ ਗਈਆਂ, ਸਾਨੂੰ ਇਹਨਾਂ ਦੀ ਕਦਰ ਨਹੀਂ ਹੈ। 10 ਵਸਤੂ ਲੈ ਪਾਸ਼ੇ ਪਾਵੇ, ਏਕ ਵਸਤ ਕਾਰਨ ਬਿਕੋਟ ਗਵਾਵੇ। ਇੱਕ ਵੀ ਨਾ ਦੇ ਜੋ ਤੂੰ ਮੰਗ ਰਿਹਾ ਨਾ ਮਿਲਿਓ, 10 ਵੀ ਰਲੇ, ਕਿਸੇ ਭਾਣਾ ਵਾਪਰ ਜੇ, ਮਾਤਾ ਪਿਤਾ ਨਾਲ ਕੋਈ ਹੋਰ ਹਾਦਸਾ ਹੋ ਜੇ, ਇੱਕ ਵੀ ਨਾ ਦੇ 10 ਵੀ ਰਲੇ तो मूढ़ा कहो कहा करे 10 मूर्खा फिर की कर लेगा। जिस ठाकर से ना ही चारा ताको कीजै सद नमस्कारा। जे होर किसी ने प्रैक्टिकल किया हुंदा आप कहना सी सिख सी ना तां नहीं मिलिया। बेबे नानकी ने बाबे नानक दी भैन ने यह दसिया, पहले सिख ने दसिया औलाद ना होवे तां भी नहीं डोलना, तां भी भिजे रहना गुरु प्यार दे विच। फिर माता गुजर कौर जी ने, गुरु तेग बहादुर साहब ने 1632 शादी हुंदी है, 1666 विच गुरु गोबिंद राय जी का प्रकाश हुंदा। 34 साल बाद, अज 34 महीने किते लंघ जाण ना ते डिवोर्स के पेपर जिहड़े तलाक दे वो टैप होण लग पैंदे आ। दोष दिता जांदा कि औलाद नहीं है, दूसरा विआह कर लो, ये कर लो, वो कर लो। सानू गुरु साहब ने प्रैक्टिकल करके दसिया, जे 34 साल का सबर ते संतोख सी ना माँ गुजर कौर जी का, तो फिर औलाद भी इहो जी प्राप्त होई जिहो जिहा पुत्र ना किसी नूं मिल सकिया ते ना मिल सकेगा। कलगी वालिया लिखां की सिफत तेरी, कागज कलम तो तेरा आकार वड्डा। तेरे चोज ते तेरी वड्याई वड्डी, तेरे गुणां दा चोजी पंडाल वड्डा। तेरी धन कुर्बानी मेरे शहनशाह जी, कीता सिरां दा तू ही वपार वड्डा। जुगो जुग ना लथना भारत वासियां तो, इस देश ते तेरा उधार वड्डा। गुरु गोबिंद सिंह दी वड्याई केड़ी कलम लिख सकदी होवे पूरी, केड़ी जुबान कर सकदी है। साडे वर्गे लखां कथावाचक आ जाण, करोड़ां आ जाण, लखां साल आरजू हो जावे तां भी कलगीधर पातशाह दी असीं वड्याई की कर सकदे हो। ते आप ही कृपा करन, बेसुमार अथाह अगणत अतुलै। ज्यों बुलावो त्यों नानक दास बोलै, आप विच वरत के कराउण तां है। जे 17 साल का सबर ते संतोख रखिया माता जिउणी जी ने, भाई भगतू ने, ते पुत्र उन्हां दे घर ऐसा प्रगट होया, अनोखा जिहदे नाम नाल लग गया। अनोखे अमर शहीद बाबा दीप सिंह जी का प्रकाश होया। अज बाबा दीप सिंह जी जदों तकरीबन 17वां साल खत्म होया, 18वें साल च प्रवेश किया। 16 कु साल गुरु कलगीधर पातशाह जी महाराज के प्रकाश तो 16 कु साल बाद बाबा दीप सिंह जी का जन्म होया 1682 दे विच। और जदों बाबा जी 18वें साल च प्रवेश करते आ, बाहरों आए आके कहते बापू मैं सुनिया आनंदपुर वाले गुरु ने एक खालसा पंथ सजाया, मैं सुनिया उन्हां अमृत छकाया, उन्होंने पी के अमर हो जाते आ, ते मैं भी जाना आनंदपुर। अकलौता पुत्र सी बापू, कहता चलो कल्ले नूं की करना, मैं भी नाल ही चलदा। बापू ने होका दिता कि चलो आनंदपुर नूं चलीए। सारे गड्डियां ते सवार होए ते ये दीपा उस समय नाम सी बाबा दीप सिंह जी का। ये भाई दीपा अपने साथियों नाल घोड़ियां ते सवार होए, जिवें अजकल दे नौजवान बुलटां ते सवार हो जाते आ, ते पहुँच गए जाके आनंदां दी पुरी दे अंदर। लंबी कतार लगी दर्शन करन वालियां दी, मत्था टेक के सारे बैठते जान। बाबा दीप सिंह दी वारी आई, भाई दीपा एकदम टिक टिकी लगा के गुरु कलगीधर पातशाह वाल देखता जा रहा। महाराज भी देखते तो मुस्कुराते जा रहे हैं। एकदम बोल पे सतगुर, कहते काका की नाम है तेरा? कहते सतगुरु दीपा। दीपिया कित्थों आया? पहुवंड तो आया। नाल कौन आया? कहते माता पिता आए आ। कहते दीपिया इस पासे भी जाया कर। इस पासे की सी? उत्थे गतके दे जोर विखाउंदे सी, उत्थे घोड़ सवारियां दे अभ्यास हुंदे सी। शाम दे वक्त इस पासे भी हाज़री भरिया कर। अज 3 दिन रुके थे ते भाई दीपा पुछदा तुसी किन्नी किन्नी तनख्वाह लैंदे हो?
ਤੇ ਉਹਨਾਂ ਨੇ ਆਖਿਆ ਅਸੀਂ ਤਨਖਾਹ ਨਹੀਂ ਲੈਂਦੇ, ਅਸੀਂ ਤੇ ਅੰਮ੍ਰਿਤ ਛਕਿਆ, ਅਸੀਂ ਤਾਂ ਹੁਣ ਗੁਰੂ ਨੂੰ ਸਾਰਾ ਕੁਝ ਹੀ ਗੁਰੂ ਤੋਂ ਕੁਰਬਾਨ ਜਾਣ ਵਾਸਤੇ ਇੱਥੇ ਪੱਕੇ ਹੀ ਆ ਗਏ ਆ, ਤੇ ਤੂੰ ਵੀ ਅੰਮ੍ਰਿਤ ਛਕ ਲਾ। ਉਹਨੇ ਅੰਮ੍ਰਿਤ ਛਕਿਆ ਤੇ ਦੀਪੇ ਤੋਂ ਦੀਪ ਸਿੰਘ ਬਣ ਗਿਆ, ਭਗਤੂ ਤੋਂ ਭਗਤ ਸਿੰਘ ਤੇ ਜਿਉਣੀ ਤੋਂ ਜੀਵਨ ਕੌਰ ਬਣ ਗਏ। 3 ਦਿਨ ਬਾਅਦ ਛੁੱਟੀਆਂ ਲੈ ਕੇ ਜਦੋਂ ਜਾਣ ਲੱਗੇ ਤੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨ ਪਕੜ ਲਏ। ਸਤਿਗੁਰੂ ਮੈਂ ਨਹੀਂ ਜਾਣਾ, ਸਤਿਗੁਰੂ ਮੈਨੂੰ ਇੱਥੇ ਰੱਖ ਲਓ ਆਪਣੇ ਕੋਲ। ਅੱਜ ਜਦੋਂ ਕੋਈ ਗੁਰਸਿੱਖ ਕਹਿੰਦਾ ਨਾ ਗੁਰੂ ਨੂੰ ਸੀਸ ਭੇਟ ਕਰਨਾ, ਤੇ ਅਸੀਂ ਕਿੰਤੂ ਕਰਨ ਲੱਗ ਪੈਂਦੇ ਆ। ਆਪ ਨਾ ਦੇ ਚੁੱਲੂ ਪਰ ਪਾਣੀ, ਤੇ ਨਿੰਦੇ ਜੇ ਗੰਗਾ ਆਣੀ। ਆਪ ਤੇ ਅਸੀਂ ਕੁਝ ਕਰਨਾ ਨਹੀਂ, ਜੇ ਕੋਈ ਵੀ ਕਰਦਾ ਤੇ ਅਸੀਂ ਉੱਤੇ ਕਿੰਤੂ ਪ੍ਰਿੰਤੂ ਕਰਨ ਲੱਗ ਪੈਂਦੇ ਆ। ਸੋ ਇੱਥੇ ਗੁਰਮੁਖ ਪਿਆਰਿਓ, ਜਦੋਂ ਦੀਪ ਸਿੰਘ ਨੇ ਕਿਹਾ ਮੈਂ ਜਾਣਾ ਨਹੀਂ, ਸਤਿਗੁਰ ਕਹਿੰਦੇ ਭਗਤ ਸਿੰਘਾ ਕੁਝ ਦੇਰ ਵਾਸਤੇ ਦੀਪ ਸਿੰਘ ਨੂੰ ਰਹਿਣ ਦਿਓ ਇੱਥੇ। ਹੁਣ ਕਿੱਡੀ ਔਖੀ ਗੱਲ ਹੋਵੇਗੀ, 17 ਸਾਲ ਵਿਆਹ ਤੋਂ ਬਾਅਦ ਪੁੱਤਰ ਪ੍ਰਾਪਤ ਹੋਇਆ ਹੋਵੇ ਤੇ ਉਹ ਅੱਜ ਭਰ ਜਵਾਨੀ 'ਚ ਪੈਰ ਧਰਦਾ ਹੋਵੇ, ਇਕਲੌਤਾ ਪੁੱਤਰ ਹੋਵੇ, ਤੇ ਗੁਰੂ ਸਾਹਿਬ ਕਹਿੰਦੇ ਇੱਥੇ ਹੀ ਛੱਡ ਕੇ ਚਲੇ ਜਾਓ। ਪਰ ਭਾਈ ਭਗਤ ਸਿੰਘ ਤੇ ਮਾਤਾ ਜੀਵਨ ਕੌਰ ਜੀ ਨੇ 7 ਬਚਨ ਆਖ ਦਿੱਤਾ, ਵਾਪਸ ਪਰਤ ਗਏ। ਫਿਰ ਆਏ ਇੱਕ ਵਾਰੀ ਕਿ ਦੀਪ ਸਿੰਘ ਨੂੰ ਲੈ ਕੇ ਜਾਣਾ। ਬਾਬਾ ਦੀਪ ਸਿੰਘ ਆਉਂਦੇ ਰਹਿੰਦੇ ਸੀ, ਘਰ ਚੱਕਰ ਮਾਰਦੇ ਰਹਿੰਦੇ ਸੀ। ਥੋੜ੍ਹੇ ਹੀ ਸਮੇਂ ਦੇ ਵਿੱਚ ਦੀਪ ਸਿੰਘ ਸ਼ਸਤਰ ਵਿੱਦਿਆ 'ਚ ਨਿਪੁੰਨ ਹੋ ਗਏ, ਉੱਚ ਕੋਟੀ ਦੇ ਵਿਦਵਾਨ ਬਣ ਗਏ, ਸੰਥਿਆ ਦੇਣ ਲੱਗੇ, ਦੂਜਿਆਂ ਨੂੰ ਪੜ੍ਹਾਉਣ ਲੱਗੇ ਗ੍ਰੰਥ। ਸਮਾਂ ਆਪਣੀ ਰਫਤਾਰ ਚੱਲਦਾ ਗਿਆ। ਸਤਿਗੁਰਾਂ ਨੇ ਸਾਰੀ ਜ਼ਿੰਮੇਵਾਰੀ ਜਿਹੜੀ ਸੀ ਉਹ ਬਾਬਾ ਦੀਪ ਸਿੰਘ ਨੂੰ ਦੇ ਦਿੱਤੀ। ਉਹਨਾਂ ਦੀ ਜਥੇਦਾਰੀ ਹੇਠ ਹੀ ਸਾਰੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਸਨ। ਫਿਰ ਬਾਬਾ ਦੀਪ ਸਿੰਘ ਜੀ ਜਦੋਂ 20-21 ਦਸੰਬਰ 1704 ਦੀ ਵਿਚਕਾਰਲੀ ਰਾਤ ਨੂੰ ਕਲਗੀਧਰ ਪਿਤਾ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਅੱਗੋਂ ਸਰਸਾ ਠਾਠਾ ਮਾਰਦੀ ਹੈ, ਉੱਤੋਂ ਮੋਲੇ ਧਾਰ ਮੀਂਹ ਪੈਂਦਾ ਹੈ, ਪਿੱਛੋਂ ਦੁਸ਼ਮਣ ਦਾ ਬਾਹੂਬਲ ਚੜ੍ਹ ਕੇ ਆ ਰਿਹਾ ਹੈ। ਇੱਥੋਂ ਸਤਿਗੁਰ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇੱਕ ਹਿੱਸਾ 40 ਕੁ ਸਿੰਘਾਂ ਦੇ ਨਾਲ ਚਮਕੌਰ ਦੀ ਗੜੀ ਵੱਲ ਚਲਾ ਗਿਆ। ਦੂਸਰਾ ਹਿੱਸਾ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਕੰਮੂ ਮਾਸ਼ਕੀ ਦੀ ਝੁੱਗੀ ਵੱਲ ਚਲੇ ਗਏ। ਤੀਸਰਾ ਹਿੱਸਾ ਮਾਤਾਵਾਂ ਤੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਦੇ ਨਾਲ ਦਿੱਲੀ ਨੂੰ ਚਲੇ ਗਏ। ਅੱਜ ਸਮਾਂ ਆਪਣੀ ਰਫਤਾਰ ਚੱਲਿਆ। ਸਰਹੰਦ ਦੇ ਸਾਕੇ ਵਰਤੇ, ਚਮਕੌਰ ਦੀ ਗੜੀ ਦਾ ਸਾਕਾ ਵਰਤਿਆ, ਜਿੱਥੇ ਬਾਪੂ ਜੀ ਨੇ, ਵੇਖੋ ਦ੍ਰਿੜਤਾ ਵੇਖੋ ਸਾਡੇ ਪਿਤਾ ਜੀ ਦੀ। ਕਲਗੀਧਰ ਪਿਤਾ ਜੀ ਨੇ ਚਮਕੌਰ ਦੀ ਗੜੀ ਨੂੰ ਆ ਕੇ ਜਦੋਂ ਨਹਾਰਿਆ ਨਾ ਬੁੱਧੀ ਚੰਦ ਰਾਵਤ ਦੀ ਹਵੇਲੀ ਨੂੰ, ਤੇ ਆਪਣੇ ਯੋਧਿਆਂ ਨੂੰ ਇੱਕੋ ਛਿਨ ਵਿੱਚ ਸਾਰਾ ਇਤਿਹਾਸ ਦੱਸ ਦਿੱਤਾ, ਇੱਥੇ ਕੀ ਵਾਕਿਆ ਹੋਣਾ, ਕੀ ਇੱਥੇ ਭਾਣੇ ਵਾਪਰਨੇ ਆ। ਹੱਥ ਜੋੜ ਕੇ ਨਹੀਂ, ਨਿਮਰਤਾ ਨਾਲ ਨਹੀਂ ਆਖਿਆ ਕਿ ਹੁਣ ਤੁਸੀਂ ਮੇਰਾ ਸਾਥ ਦਿਓ, ਬੜਾ ਔਖਾ ਟਾਈਮ ਜੇ। ਉਹਨਾਂ ਨੇ ਕੀ ਆਖਿਆ, ਬੋਲੇ ਫਿਰ ਦਸ਼ਮੇਸ਼ ਜੀ ਖੰਡਾ ਲਿਸ਼ਕਾ ਕੇ, 10 ਲੱਖ ਵੈਰੀ ਪਾ ਲਿਆ ਹੈ ਘੇਰਾ ਆ ਕੇ। ਤੁਹਾਨੂੰ 40 ਨੂੰ 10 ਲੱਖ ਦਾ ਘੇਰਾ ਹੈ। ਇਹਦਾ ਭਾਵ ਅਰਥ ਹੈ, ਗੁਰੂ ਸਾਹਿਬ ਕਹਿੰਦੇ ਆਪਣੀ ਕੌਮ ਨੂੰ, ਆਪਣੀ ਫੌਜ ਨੂੰ ਸਮੇਂ ਦਾ ਜਿਹੜਾ ਮਾਹੌਲ ਆ, ਜਿਹੜਾ ਇਤਿਹਾਸ ਹੈ, ਉਹ ਸਾਰਾ ਫੋਲ ਕੇ ਸੁਣਾ ਦੇ, ਜੋ ਸਾਰੇ ਸਚੇਤ ਹੋ ਸਕਣ। ਬੋਲੇ ਫਿਰ ਦਸ਼ਮੇਸ਼ ਜੀ ਖੰਡਾ ਲਿਸ਼ਕਾ ਕੇ, 10 ਲੱਖ ਵੈਰੀ ਪਾ ਲਿਆ ਹੈ ਘੇਰਾ ਆ ਕੇ। ਮੈਂ ਤੱਕਣਾ ਬਲ ਤੁਸਾਂ ਦਾ ਅੱਜ ਇਹ ਅਜਮਾ ਕੇ, ਕਿ ਰਜਦਾ ਖੰਡਾ ਕਿਸੇ ਦਾ ਸਿਰ ਕਿੰਨੇ ਲਾ ਕੇ। ਜੋ ਡਿੱਗੂ ਦੁਸ਼ਮਣ ਦਲਾਂ ਵਿੱਚ 100 ਕਾਨੀ ਖਾ ਕੇ, ਮੈਂ ਸਮਝਾਂਗਾ ਸਿੰਘ ਉਸ ਨੂੰ ਜੋ ਰਣ ਵਿੱਚ ਜਾ ਕੇ 1.25 ਲੱਖ ਨਾ ਲੜੇਗਾ ਕੱਲਾ ਹਿੱਕ ਡਾ ਕੇ। ਜੋ ਡਿੱਗੂ ਦੁਸ਼ਮਣ ਦਲਾਂ ਵਿੱਚ 100 ਕਾਨੀ ਖਾ ਕੇ, ਮੈਂ ਆਇਆ ਪੁਰਖ ਅਕਾਲ ਤੋਂ ਇਹ ਆਗਿਆ ਪਾ ਕੇ, ਕਿ ਜਿੰਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ, ਜਿੰਦਾ ਰੱਖਣਾ ਦੇਸ਼ ਨੂੰ ਪੁੱਤ ਭੇਟ ਚੜਾ ਕੇ। ਕਲਗੀਧਰ ਪਾਤਸ਼ਾਹ ਦੇ ਬੋਲਾਂ ਨੂੰ ਸੁਣ ਕੇ ਸਿੰਘਾਂ ਦੇ ਹੱਥ ਕਿਰਪਾਨਾਂ ਦੀਆਂ ਮੁੱਠੀਆਂ ਤੇ ਜਾ ਪਏ। ਸ਼ੇਰਾਂ ਵਾਂਗੂ ਗਰਜਦੇ ਹੋਏ ਇੱਕਦਮ ਗਰਜਵੀਂ ਆਵਾਜ਼ ਵਿੱਚ ਮਿਆਨੋ ਸ਼ਮਸ਼ੀਰਾਂ ਧੂ ਕੇ ਗਰਜੇ।
कलगी वालिया तैथों असीस लैके, कलगी वालिया तैथों असीस लैके, असीं वांग हिमाला दे डट जांगे, असां पंथ गुलाम नहीं होण देना, भावें कट कट जांगे। उन्हां ते क्या असीं पंथ गुलाम नहीं होण देना, असीं अज कहने पंथ नूं गुलाम करन नूं असीं कोई कसर छड्डणी नहीं। पिंड च चंद वोटां दी खातर कोई नशा वंडदा फिरदा आके असीं सचेत ही नहीं आ। कह दिया करो जिहड़ा आउंदा पिंड विच कि जे नशे वंड के वोटां मंगणियां ते वोट बिल्कुल नहीं पावांगे। ये साडे गुरु दा सानू हुक्म है, ये साडा इतिहास सानू सिखाउंदा है। सो गुरमुख प्यारिओ, इत्थे बाबा दीप सिंह जी दिल्ली वाल नूं चले गए, फिर सतगुरां दा हुक्म सी गां अपने घर नूं निकल जाओ, समा पैण ते फिर बुला लवांगे। अज शहादतां होईयां, चारे साहिबजादे शहादत दा जाम पी गए। चमकौर दी गढ़ी दा साका वापरिया, पड़ाओ पढ़ाई चलदे सतगुरु साहबो की तलवंडी पहुंचे। शेर सिंह नामी सिंह नूं भेजिया, पोविंड दे अंदर बाबा जी हल चला रहे हैं। उन्हें आके फतेह की सांझ पाई। बाबा जी अजे पुछना चाहते सन गुरु गोबिंद सिंह महाराज कित्थे आ। उस समय किहड़े मोबाइल फोन सी, उस समय किहड़ा मीडिया सी। तो शेर सिंह ने आख्या, बाबा जी तुहानू गुरु गोबिंद सिंह ने साबो की तलवंडी बुलाया है, जिथे अज गुरुद्वारा दमदमा साहब है। बाबा जी उथों एकदम घर गए ते पिता जी तो आग्ञा लैके घोड़े नूं अड्डी लाई ते पड़ाओ पढ़ाई चलदे चलदे सारा इतिहास सुनिया ते आके एकदम कलगीधर पातशाह दे चरनां ते सीस रख के बाबा जी लंबा हौका भर के एकदम हूक दे के कुरला के आख्या, सतगुरु साहिबजादे शहीद हो गए, 3 प्यारे शहीद हो गए, माता गुजर कौर जी शहादत दा जाम पी गए ते मैं नभागा जे जिउंदा ही तुरया फिरदा। सतगुर कहंदे, दीप सिंघा अजे बड़ी पंथ दी वडमुल्ली सेवा तेथों लैनी है। सतगुरां ने आनंदपुर साहब विखे बचन कीता सी, जदों एक सिख गुरबाणी पढ़ रहा सी ना, वो बार बार कह रहा सी कि जाने गुरसूरा। सतगुर कहंदे बाणी नूं सोध के पढ़ के ये नहीं शब्द कह है। फिर कह रहा कि जाने गुरसूरा। फिर सतगुर जी आखदे जाओ ये एक थप्पड़ मार के इनू 10 शब्द के नहीं कह है। अगले दिन दरबार च खड़ा हो गया, महाराज तुहाडी गुरबाणी पढ़िया भी चपेड़ा पैंदियां ते फिर पढ़न की की लोड़, मैं पढ़नी नहीं। सतगुर महाराज कहंदे साडे अंग हन, तुसी तोड़ के पढ़ते हो जदों साडे अंग मरोड़े जाते। एक मैं तुहानूं छोटी जी उदाहरण देवां। एक शब्द है भौ ते दूसरा शब्द है भाओ, भब्बे नूं कन्ना ला के। हुण जे किते भब्बे नूं कन्ना जिहड़ा लगा होवे भाओ, ते भाओ दा अर्थ की है प्यार, ते जे कन्ना उतर जे गलती ना तुसी भाओ पढ़ दो ते भाओ दा अर्थ है डर। हुण एक कन्ना उतरन दे नाल शब्द दा सारा रूप रेखा बदल गई, भाव अर्थ बदल गया ना। इस करके जदों भी तुसी नितनेम करदे हो, गुरबाणी पढ़दे हो ना, गुरबाणी नूं सोध के पढ़िया करो। रस्ते जांदियां ठीक आ मोबाइल तो कर लो, जिवें मर्जी कर लो, पर जदों समा होवे ना ते पोथी साहब तो गुटका साहब तो नितनेम करया करो। एकदम नज़र टका के शब्द विच रखिया करो। बाबा आनंद सिंह जी आख्या करते सन, एक एक शब्द गुरु नानक साहब के नेत्र हैं। जे कोई मन जोड़ के पढ़ रहा तो गुरबाणी पढ़द्या पढ़द्या शब्द ते नज़र पै के उन्हें संगत वाल तक लिया ना, तो बाबा जी आखदे हुंदे सी, नदर गुरु नानक दी बंदियों करे खुदा। वो बंदे दी नज़र नहीं, फिर वो गुरु दे शब्द दे नाल जिहड़ी स्पर्श हो के नज़र आई है, वो गुरु नानक दी किरपा वरतनी आ। किते पढ़ लिया करो गुरु अर्जन देव पातशाह दा हुक्म। अज ते मेरे वर्गे गुरबाणी पढ़ रहे होंदे आ, इस तरह बैठे होंदे ते ऐदा चलदा हुंदा, बस सिर हिलदा हुंदा, आवाज़ निकलदी नहीं, कहंदे सुनने वाला कोई नहीं। पौंटा साहब मैं गया सी, उत्थे मैं बेनती कीती भाई सुना के पढ़ो, तो बाद कहंदे ज्ञानी जी सुनने वाला कोई नहीं। मैं कहा कोई नहीं सुनने वाला, तुसी सुनने वाले है ना। आपां गुरबाणी तो सेध लैनी आ, अंतर गुर आराधना, आत्मा ना किते गुरु की आराधना ते कर बह के। जिहवा जप गुरु नाउ, जीभ दे नाल गुरु दा जप कर। ते तुसी ते कहंदे कि मैं ते जबान भी ना हिले ते मैं नितनेम कर लिया। नहीं, घट तो घट तेरी अपनी आवाज़ तेरे कन्ना तक ते पवे। ये ते सोच, जिन्हों कन नहीं दिते उन्होंने पुछ उहदा की हाल। तैनूं मेरे रब ने मालक ने 2 कन दिते ना सुनने वास्ते, जिन्होंने नेत्र नहीं दिते वो किवें दर्शन करेगा शब्द दा। अंतर गुर आराधना, जेहवा जप गुर नाओ।
नेतरी सतगुर पेखना। एक एक शब्द नूं देख देख के पढ़। ज़्यादा विद्वान बन के लोगों को विखाउण की कोशिश ना करिए कि मैनू तो बाणी कंठ है, मैं तो जबानी करी जाना। वो बाणी कंठ होनी वधिया गल है। गुरबाणी कंठ पैसा गंठ, पैसा जेब च जरूरत पैण ते कढ़िया खर्च लिया। गुरबाणी कंठ है, किते ट्रेन च बस सफ़र कर रहा, हल वाह रहा, ट्रैक्टर चला रहा, उदों पढ़ी जा हमरी करो हाथ दे रशा, पूर्ण होए चित की इच्छा। पर इनू एक मर्यादा ना बना ला कि मैं तो पोथी तो पाठ करना ही नहीं, मैं तो गुटका साहब लेना ही नहीं। जब तू बाणी मन जोड़ के पढ़ेगा तेरा मन किधरे भटकेगा नहीं। तू सोच मैं हर लगा मात्रा के दर्शन करने हैं, मैं हर शब्द नूं देख देख के पढ़ना, तेरे मन की इकाग्रता बन जाएगी। शब्द गुरु के दर्शन तेनों हुंदे रहणगे, टकाऊ बनया रहेगा, गुरबाणी की शुद्धता हो जाएगी। अंतर गुर आराधना जेवा जप गुरनाओ, नेतरी सतगुर पेखना, सरवणी सुनना गुरनाओ। गुरु साहब कह रहे ना, तुसीं कहंदे कोई सुनने वाला नहीं। सरवणी सुनना गुरनाओ, सतगुर सेती रतिया। जे इन्नी किरपा होई ना, अखा ना देखण लग पिया, जीबा ना जपण लग पिया, सरवण ना सुन लग पिया, सतगुर सेती रतिया दरगे पाइए ठाओ। तां दरगाह देवे थां मिलनी, जे इन्ना कुछ करेगा तां। कहो नानक किरपा करे जिसनो ये बात दे के, गुरु किरपा करे ये अवस्था किसी नूं दे देवे। जग में उत्तम काढ़ी है विरले के। जग च ऐसे पुरख जिहड़े उत्तम हैं पर है बड़े विरले हैं। मैं जिक्र कर रहा सी ना, इत्थे जो बोल दिता चल जाता, पर साडे आर्मी दे विच ना जवान सवाल करते आ, बाबा जी देख तेग फतेह की है, हर मैदान फतेह की है, वाहिगुरू जी का खालसा वाहिगुरू जी की फतेह का की अर्थ है, जपजी साहब की महानता की है। असीं अपने योद्धिਆਂ ਨੂੰ मुख रखते हुए सारी कथा जिहड़ी आ रिकॉर्ड करके डेली दी डेली यूट्यूब ते चढ़दी आ। तुसीं जरूर एक विशा सरवण करियो, क्योंकि अज मैं सारे विषय ते कवर नहीं कर सकता ना। एक विशा जरूर सुनियो कि वाहिगुरू जी का खालसा वाहिगुरू जी की फतेह दा की अर्थ आ। तुसीं सुपने च उठ उठ के भी फतेह बुलाउणी शुरू कर दोगे। तुसी बिल्कुल किसी को गुड मॉर्निंग नहीं आखोगे, किसी को सत श्री अकाल नहीं आखोगे। ऐसे मेरे वर्गा स्टेज पर कह दिंदा गज के फतेह बुलाओ, बाहर जाके किन्नी कप एक दूसरे को फतेह बुलाने। एक जपजी साहब की महानता मेरिया बीबियां भैणां जरूर पढ़ियो। जिहड़ा कहंदा मैनू आ दात नहीं मिली, मैनू गड्डी नहीं मिली, मैनू कार नहीं मिली, मेरी कोठी नहीं बनी, मेरा पुत कहे कहाए नहीं आ, वो जपजी साहब की महानता पढ़ियो। फिर वेखियो दातां गुरु दरबार चों किवें मिलदियां। किसी बाबे ने कन्नां च फूक मार के दात नहीं देनी। अज डेरे वालियां दे रूप बदल गए बाबियां दे। मेरे वर्गा चोला पा के बह गए, वड्डी किरपान पा के बह गए, बाबे नानक की फोटो ला ली, बाबे दीप सिंह की फोटो ला ली। तुसी जाते हो तुहाडे मत्थे ते धर के दो पंक्तियां पढ़दा हमरी करो हाथ दे रसा पूर्ण चित की, बात चुप हो जाता। तुसी कहंदे बाबा साडे लई जाप कर रहा, रोटी मैं खावां भुख तुहाडी किवें मिटेगी। वो ठीक है, कोई कमाई वाली रूह अरदास कर दे, अरदास जरूर संपूर्ण हो जाती है। पर ये जे ओ बाबा तुहाडे लई जाप करदा, तुसी अपने लिए खुद क्यों नहीं करते? तुसी जरूर जाके ना घर यूट्यूब चैनल खोलोगे, उत्ते सर्च करो बलराज सिंह खालसा, तुहानू सारे ये विषय गुरु ने जिन्नी समत बख्शी ना वो लगातार जिहड़ियां वीडियो तुहानू मिलणगियां। वाहिगुरू जी का खालसा ते जपजी साहब की महानता जरूर देखना करियो। बाकी सतगुर महाराज रहमत करन। सो गुरमुख प्यारिओ, समा वीर जी दस दिओ, मैं तो उस वेले समाप्ति कर देनी जदों तुसीं कह दोगे, क्योंकि ठीक है 5 मिनट। अच्छा भाई साहब जी, फिर जदों सतगुरु महाराज जी ने बाबा दीप सिंह जी नूं इस जगह ते बुलाया, तो सतगुरु महाराज ने, मैं संखेप जी विशा लवां, विशा तो बड़ा लंबा है। जदों बाबा दीप सिंह जी ने फिर इत्थे गुरु ग्रंथ साहिब महाराज की लिखाई कराई ना गुरु साहब ने, उसका कारण पता की सी? सतगुरु ने कहा जंगां युद्धां तो वेले हो के। सिख ने कहा महाराज सानू बाणी की शुद्धता पता ही नहीं, या तो समझाओ। महाराज ने कहा जंगां युद्धां तो वेले हो के असीं तुहानूं आप गुरबाणी की संथ्या करावांगे। जिहड़ी दमदमी टकसाल चलदी ना, उहदा नींह पत्थर गुरु साहब ने आप रखिया। गुरु साहब कहंदे जाओ ग्रंथ लैके आओ। धीर मलिया ने इनकार करता ग्रंथ देण तो, कहंदे जे गुरु कहंदा मैं संपूर्ण गुरु हाँ, गुरु नानक की जोत है, तो नकल क्यों करना चाहुंदा, खुद ही फिर लिख ले। तो गुरु साहब ने भाई मनी सिंह नूं लिखारी लाया। बाबा दीप सिंह ने स्याही ते कागज़ का सारा बंदोबस्त किया।
ਇੱਥੇ ਗ੍ਰੰਥ ਦੀ ਸੰਪਾਦਨਾ ਹੋਈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ 3 ਦਿਹਾੜੇ ਮਨਾਉਂਦੇ ਹਾਂ। ਪਹਿਲਾ ਦਿਹਾੜਾ ਮਨਾਉਂਦੇ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 1604 ਵਾਲਾ, ਦੂਸਰਾ ਸੰਪੂਰਨਤਾ ਦਿਵਸ, ਤੀਸਰਾ ਜਦੋਂ ਗੁਰਤਾ ਗੱਦੀ ਨੰਦੇੜ ਸਾਹਿਬ ਵਿਖੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ। ਸੋ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋ ਗਿਆ। ਗੁਰੂ ਸਾਹਿਬ ਆਪ ਨੰਦੇੜ ਸਾਹਿਬ ਦੀ ਧਰਤੀ ਨੂੰ ਚਲੇ ਗਏ। ਇੱਧਰ ਬਾਬਾ ਦੀਪ ਸਿੰਘ ਨੂੰ ਸਾਬੋ ਕੀ ਤਲਵੰਡੀ ਦਾ ਜਥੇਦਾਰ ਤੇ ਭਾਈ ਮਨੀ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਦੀ ਸੇਵਾ ਸੌਂਪ ਕੇ ਗੁਰੂ ਸਾਹਿਬ ਨੰਦੇੜ ਸਾਹਿਬ ਨੂੰ ਚਲੇ ਗਏ। ਤੇ ਇੱਕ ਸਿੱਖ ਨੇ ਆ ਕੇ ਬਾਬਾ ਜੀ ਨੂੰ ਆਵਾਜ਼ ਦਿੱਤੀ, ਬਾਬਾ ਜੀ ਜ਼ਾਲਮਾਂ ਨੇ ਬਥੇਰਾ ਦਿੱਲੀ ਨੂੰ ਲੁੱਟਿਆ, ਫਿਰ ਲੁੱਟ ਕੇ ਐਰਕਾਂ ਲੈ ਕੇ ਜਾ ਰਹੇ ਆ ਤੇ ਲੋਕ ਕੀ ਸਮਝਣਗੇ, ਇੱਥੇ ਕੋਈ ਸਿੱਖ ਨਹੀਂ ਰਹਿੰਦਾ, ਐਰਕਾ ਸਬਕ ਸਿਖਾਉਣਾ ਪਏਗਾ। ਬਾਬਾ ਦੀਪ ਸਿੰਘ ਜੀ ਨੇ ਹੁਕਮ ਦਿੱਤਾ। ਸ਼ਾਹੀ ਫੌਜਾਂ ਦੇ ਮੁਕਾਬਲੇ ਵਾਸਤੇ ਖਾਲਸਾਈ ਫੌਜ ਚੜ੍ਹ ਕੇ ਆਈ। ਸ਼ਾਹੀ ਸੜਕ 'ਤੇ ਅੰਮ੍ਰਿਤਸਰ ਦੇ ਕੋਲ ਹਮਲਾ ਕੀਤਾ। ਅਹਿਮਦ ਸ਼ਾਹ ਅਬਦਾਲੀ ਦਿੱਲੀ ਦੀਆਂ ਅਵਲਾਂ ਨੂੰ ਲੁੱਟ ਕੇ ਲੈ ਕੇ ਜਾ ਰਿਹਾ ਸੀ। ਜਾਂਦੇ ਹੋਏ ਗਾਜੀ ਖਾਨ ਨੂੰ ਕਹਿੰਦਾ, ਤੁਸੀਂ ਇਹ ਸਾਰਾ ਜਿਹੜਾ ਕਾਫਲਾ ਲੈ ਕੇ ਆ ਜਾਓ, ਮੈਂ ਤੁਹਾਨੂੰ ਲਾਹੌਰ ਮਿਲਾਂਗਾ, ਜ਼ਕਰੀਆ ਖਾਨ ਦੇ ਕੋਲ। ਜਦੋਂ ਇੱਧਰ ਬਾਬਾ ਦੀਪ ਸਿੰਘ ਨੇ ਹਮਲਾ ਕੀਤਾ ਤੇ ਗਾਜੀ ਖਾਨ ਭੱਜਿਆ, ਇੱਕ ਸਿੱਖ ਪਿੱਛੇ ਭੱਜਿਆ। ਬੁੱਢੇ ਜਰਨੈਲ ਨੇ ਆਖਿਆ, ਰੁਕ ਜਾ, ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ, ਸ਼ਰਨ ਆਏ ਤੇ ਵਾਰ ਨਹੀਂ ਕਰਨਾ, ਸਾਡੇ ਗੁਰੂ ਦੇ ਹੁਕਮ ਆ। ਸ਼ਸਤਰਹੀਨ ਤੇ ਵਾਰ ਨਹੀਂ ਕਰਨਾ, ਔਰਤ ਬੱਚੇ ਤੇ ਬਜ਼ੁਰਗ ਤੇ ਵਾਰ ਨਹੀਂ ਕਰਨਾ। ਕਹਿੰਦੇ ਜਾਣਦੇ ਸਾਡੀ ਬਹਾਦਰੀ ਦੀ ਗਾਥਾ ਕੌਣ ਦੱਸੇਗਾ ਅਬਦਾਲੀ ਨੂੰ ਜਾ ਕੇ। ਜਦੋਂ ਪਹੁੰਚਿਆ ਇਹਨੇ ਆਪਣੀ ਠੋਲੇ ਵਾਲੀ ਪੱਗ ਲਾ ਕੇ ਅਬਦਾਲੀ ਦੇ ਸਾਹਮਣੇ ਰੱਖ ਦਿੱਤੀ। ਕਹਿੰਦੇ ਜਾਪਨਾ ਗਜ਼ਬ ਹੋ ਗਿਆ। ਕਹਿੰਦੇ ਕੀ ਹੋਇਆ? ਕਹਿੰਦੇ ਸਾਰੀ ਅਵਲਾ ਛਡਾ ਲਈ ਗਈ, ਸਾਰੇ ਸਿਪਾਹੀ ਮਾਰ ਦਿਏ ਗਏ, ਸਾਰਾ ਖਜ਼ਾਨਾ ਲੂਟ ਲਿਆ ਗਿਆ। ਕਹਿੰਦੇ ਕਿਸ ਨੇ ਲੁੱਟਿਆ ਖਜ਼ਾਨਾ? ਉਹ ਕੌਣ ਚੋਰ ਡਾਕੂ ਸੀ? ਇੱਕ ਸਭਾ ਬੁਲਾਈ ਅਹਿਮਦ ਸ਼ਾਹ ਅਬਦਾਲੀ ਨੇ। ਕਹਿੰਦਾ ਉਹਨਾਂ ਦਾ ਖੁਰਾ ਖੋਜ ਮਿਟਾ ਦਿਓ। ਇਹ ਕੌਣ ਹੈ? ਕਹਿੰਦੇ ਸਿੱਖ ਆ। ਕਹਿੰਦੇ ਸਿੱਖ ਕੌਣ ਸੀ ਕੌਮ ਹੈ? ਇਹਨਾਂ ਦਾ ਜਰਨੈਲ ਕੌਣ ਹੈ? ਤੇ ਉੱਥੇ ਇੱਕ ਮੌਲਵੀ ਨੇ ਦੱਸਿਆ, ਇਨਕੋ ਮੁਰਸ਼ਦ ਵਲੀ ਪਿਓ ਹੈ। ਇਹਨਾਂ ਦਾ ਮੁਰਸ਼ਦ ਬੜਾ ਵਲੀ ਜੇ, ਗੁਰੂ ਗੋਬਿੰਦ ਸਿੰਘ ਮਹਾਰਾਜ। इनको मुर्शद वली पयो है, इनको आबे हियाब दियो है, ऐसी गयो कलाम बताए है, जिसते सुदाए बनाए लए है, लोगन ताई पलाए दे है, सियारन ते सिंह बनाए लए है। कहते इन्हां दा मुर्शद बड़ा वली आ। कहते वो सचखंड चला गया। कहते हुण फिर कौन शक्ति दिंदा? कहते वो कलाम भी दस गया, जिस तो अमृत खुद बना लेंदे आ ते आए गए नूं छका के ये गिद्दड़ां नूं शेर बना लेंदे आ। कहंदे अब हम अपने देश काबल नहीं जाएंगे जब तक इस कौम का खुरा खोज ना मिटा दें। वो कहंदे इन्हां दे घर घाट घोड़ियां दियां काठियां ते आ, ये दरख्तां दे पत्ते खा के अकाल अकाल गजाउंदे आ। कहंदे इन्हां चों मैनूं राज दी बू आउंदी है। एक दिन ये जरूर राज भाग दे मालक बन गए। और मेरे गुरु ने किरपा कीती सी, शेरे पंजाब दियां सरहदां मलतान नूं छूंदियां सन, काबल कंधार दियां कंधां कंबिया करदियां सन हरी सिंह नलूआ वर्गे जरनैलां तो। कहंदा इस कौम दी कोई मैनूं कमजोरी दसे। एक मौलवी ने खड़े होके कहा इस कौम दी बड़ी वड्डी कमजोरी है, ये कौम अपने मुर्शद की नरादरी कदे बर्दाश्त नहीं करती। इन्हां दा एक गुरु ताल है चक अमृतसर दे विच है, उत्थे एक इन्हां दा हरि मंदिर है, उत्थे मुर्दे भी नहा लैण ते कहंदे जीवित हो जाते आ, वड्डे तो वड्डा फट भी भर जांदा। इत्थे साडा दुश्मन सिफत कर रहा सी, कई वारी किंतु करन लग पैंदे अपने सरोवरां ते। कहंदे उत्थे वड्डे तो वड्डा फट वाला भी इशनान कर लिओ, फट भर जांदा। कहंदे उस सरोवर नूं पूर दिओ, उस हरमंदर नूं ढा दिओ। कहंदे पर यह दसो इन्हां ने हमला किवें कीता सी? कहंदे इन्हां दा हमला करन दा तरीका बड़ा निराला सी। इन्हां ने एक घोड़े दी काठी ते वड्डा ढोल बन्निया सी, उन्होंने ये नगारा आखदे सी। एक बंदा उस नगारे ते चोट मारदा सी, उहदे मूँह तो शब्द निकलदा सी देग तेग, ते कहंदा बाकी सारे जिहड़े ਉਹ ਕਿਰਪਾਨਾਂ ਵਾਹੁੰਦੇ ਸੀ ਤੇ ਉਹਨਾਂ ਦੇ ਮੂੰਹ ਤੋਂ ਸ਼ਬਦ ਨਿਕਲਦਾ ਸੀ ਫਤਿਹ। ਜਿੰਨੇ ਜ਼ੋਰ ਨਾਲ ਉਹ ਬੋਲਦਾ ਸੀ ਦੇਗ ਤੇਗ, ਉਹਨੇ ਜੋਸ਼ ਨਾਲ ਕਿਰਪਾਨਾਂ ਵਾਹੁੰਦੇ ਸੀ। ਇਹ ਤਲਵਾਰ ਨੂੰ ਕਿਰਪਾਨ ਕਹਿੰਦੇ ਹਨ। ਤਲਵਾਰ ਦਾ ਅਰਥ ਹੁੰਦਾ ਤਲੇ ਪਏ ਤੇ ਵਾਰ ਕਰਨਾ, ਕਿਰਪਾਨ ਹੁੰਦਾ ਚੱਲੇ ਤੇ ਕਿਰਪਾ ਵਰਤ ਜਾਣੀ। ਔਰੰਗੇ ਦੇ ਹੱਥ ਵਿੱਚ ਤਲਵਾਰ ਸੀ, ਬਾਦਸ਼ਾਹ ਦਰਵੇਸ਼ ਦੇ ਹੱਥ ਵਿੱਚ ਕਿਰਪਾਨ ਸੀ। ਕਹਿੰਦੇ ਜਦੋਂ ਇਹਨਾਂ ਦੀਆਂ ਕਿਰਪਾਨਾਂ ਚੱਲਦੀਆਂ ਸੀ
ਇਉਂ ਲੱਗਦਾ ਸੀ ਜਿਵੇਂ ਪਰਲੋ ਆ ਗਈ ਆ। ਉਦੋਂ ਪਤਾ ਹੀ ਨਹੀਂ ਲੱਗਿਆ, ਚੁੱਪਚਾਪ ਹਮਲਾ ਨਹੀਂ ਕੀਤਾ, ਨਗਾਰੇ ਤੇ ਚੋਟ ਮਾਰੀ। ਫਿਰ ਮੌਲਵੀ ਨੂੰ ਪੁੱਛਿਆ, ਜ਼ਕਰੀਆ ਨੂੰ, ਕਹਿੰਦਾ ਕੋਈ ਐਕਸਪਲੇਨ ਕਰ ਸਕਦਾ ਇਹ ਦੇਗ ਤੇ ਫਤਿਹ ਕੀ ਆ? ਕਹਿੰਦੇ ਇਹ ਜਿਹੜੀ ਫੌਜ ਹੈ ਇਹਨਾਂ ਦੇ ਮੁਰਸ਼ਦ ਨੇ ਇਹਨਾਂ ਨੂੰ ਸ਼ਸਤਰ ਨਾਲ ਇੰਨਾ ਕੁ ਜੋੜ ਦਿੱਤਾ, ਇਹ ਤਲਵਾਰ ਨੂੰ ਕਿਰਪਾਨ ਤੇ ਤੇਗ ਆਖਦੇ ਹਨ। ਤੇ ਆਮ ਤੌਰ ਤੇ ਬੰਦਾ ਪ੍ਰਸ਼ਾਦਾ ਛਕਣ ਵੇਲੇ ਕਈ ਵਾਰੀ ਵਸਤਰ ਵੀ ਉਤਾਰ ਕੇ ਰਿਲੈਕਸ ਜਿਹਾ ਹੋ ਕਹਿੰਦਾ ਪ੍ਰਸ਼ਾਦਾ ਛਕਣਾ। ਕਹਿੰਦੇ ਇਹਨਾਂ ਦੇ ਗੁਰੂ ਨੇ ਕਿਹਾ ਜਿੰਨਾ ਮਰਜ਼ੀ ਰਿਲੈਕਸ ਹੋ ਜੀ, ਤੇਰਾ ਪ੍ਰਸ਼ਾਦਾ ਛਕਿਆ ਵੀ ਮੈਨੂੰ ਤਾਂ ਸਵੀਕਾਰ ਹੋਏਗਾ ਜੇ ਉਹਨੂੰ ਇਸ ਕਿਰਪਾਨ ਦੇ ਨਾਲ ਭੇਟ ਕਰੇਗਾ। ਅੱਜ ਘਰਾਂ 'ਚ ਕਿੱਥੇ ਭੋਗ ਲੱਗਦਾ? ਮੇਰੀ ਉਹ ਭੈਣੋ, ਇੱਕ ਇੱਕ ਥਾਲ ਰੱਖੋ ਘਰ 'ਚ, ਇੱਕ ਇੱਕ ਕੌਲੀ ਰੱਖੋ, ਇੱਕ ਗਲਾਸ ਰੱਖੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਮ ਦਾ, ਉਹ ਖਾਲਸਾ ਪੰਥ ਦੇ ਨਾਮ ਦਾ। ਜਦੋਂ ਘਰ 'ਚ ਤਾਜ਼ੀ ਸਬਜ਼ੀ ਬਣਦੀ ਨਾ, ਉਦੋਂ ਦੋ ਪ੍ਰਸ਼ਾਦੇ ਰੱਖ ਕੇ, ਜਲ ਦਾ ਗਲਾਸ ਰੱਖ ਕੇ, ਅਰਦਾਸ ਕਰਕੇ ਇੱਕ ਵਾਰ ਜ਼ਰੂਰ ਘਰ ਵਿੱਚ ਭੋਗ ਲਵਾਇਆ ਕਰੋ ਪ੍ਰਸ਼ਾਦੇ ਨੂੰ। ਦੇਖੋ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਕਿਵੇਂ ਵਰਤਦੀ ਆ। ਕਿਸੇ ਦੀ ਮੌਤ ਹੋ ਜਾਵੇ, ਉਹ ਸੁਪਨੇ 'ਚ ਆ ਜਾਵੇ ਨਾ, ਲੋਕੀ ਬਾਬਿਆਂ ਕੋ ਚਲੇ ਜਾਂਦੇ ਆ, ਪਰ ਖਾਲਸਾ ਤੇ ਅਰਦਾਸ ਕਰਦਾ ਜਿਹੜੇ ਸਦਾ ਹੀ ਜੀਂਦੇ ਸਤਿਗੁਰੂ ਸ਼ਹੀਦਾਂ ਸਿੰਘਾਂ ਦਾ ਪੈਰਾ ਮੇਰੇ ਘਰ 'ਤੇ ਵੀ ਰੱਖਿਓ। ਆਪਾਂ ਲੋਚਦੇ ਆ ਨਾ ਕਿ ਬਾਬਾ ਦੀਪ ਸਿੰਘ ਦਾ ਪੈਰਾ ਸਾਡੇ ਘਰ 'ਤੇ ਵੀ ਰਵੇ, ਬਾਬਾ ਦੀਪ ਸਿੰਘ ਦੀ ਮਿਹਰ ਸਾਡੇ 'ਤੇ ਵੀ ਬਣੀ ਰਵੇ। ਸੋ ਗੁਰਮੁਖ ਪਿਆਰਿਓ, ਜ਼ਰੂਰਤ ਹੈ ਸਾਨੂੰ ਅੱਜ ਇਤਿਹਾਸ ਤੋਂ ਕੁਝ ਸਿੱਖਿਆ ਲੈਣ ਦੀ। ਕਹਿੰਦੇ ਜਦੋਂ ਇਹਨਾਂ ਦੀ ਦੇਗ ਬਣ ਕੇ ਤਿਆਰ ਹੁੰਦੀ ਆ, ਇਹ ਉਦੋਂ ਵਿੱਚ ਤੇਗ ਵਾਉਂਦੇ ਹਨ। ਸਾਡਾ ਦੁਸ਼ਮਣ ਕਹਿੰਦੇ ਫਿਰ ਦੁਸ਼ਮਣ ਵੀ ਕੋਈ ਸੁਣ ਲਵੇ, ਇਹ ਨਗਾਰੇ ਤੇ ਚੋਟ ਮਾਰਦੇ ਆ, ਉਦੋਂ ਵੀ ਕਹਿੰਦੇ ਦੇਗ ਤੇਗ ਫਤਿਹ। ਕਹਿੰਦੇ ਦੁਸ਼ਮਣ ਵੀ ਸੁਣ ਲਏ, ਜੇ ਪਹੁੰਚ ਜਾਵੇ, ਕਹਿੰਦੇ ਜੇ ਪਹੁੰਚ ਜਾਵੇ ਤੇ ਕਹਿੰਦੇ ਜੀ ਆਇਆਂ ਨੂੰ ਕਹਿ ਕੇ ਬਿਠਾ ਲੈਂਦੇ ਆ। ਜੇ ਪਹਿਚਾਨ ਲੈਣ, ਕਹਿੰਦੇ ਬੇਸ਼ੱਕ, ਕਹਿੰਦੇ ਵਾਰ ਨਹੀਂ ਕਰਦੇ, ਕਹਿੰਦੇ ਨਹੀਂ। ਗੁਰੂ ਰੂਪ ਸਾਧ ਸੰਗਤ ਜੀ ਕਹਿ ਕੇ ਇਹ ਪ੍ਰਸ਼ਾਦਾ ਛਕਾਉਂਦੇ ਹਨ। ਨਾ ਕੋਈ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਕਹਿੰਦੇ ਜਦੋਂ ਕਿਤੇ ਇਹਨਾਂ ਦੀਆਂ ਫਿਰ ਦੇਗਾਂ ਨੂੰ ਖਤਰਾ ਹੋ ਜਾਵੇ ਤੇ ਫਿਰ ਦੂਜੀ ਵਾਰ ਚੋਟ ਮਾਰ ਕੇ ਫਿਰ ਦੇਗ ਤੇਗ ਫਤਿਹ ਕਹਿ ਕੇ ਫਿਰ ਇਹ ਤੇਗਾਂ ਚੱਕ ਲਿਆ ਕਰਦੇ ਹਨ। ਕਹਿੰਦੇ ਹੁਣ ਇਹਨਾਂ ਦਾ ਇੱਕੋ ਹੀ ਹੱਲ ਹੈ, ਇਹ ਰਾਜ ਭਾਗ ਦੇ ਮਾਲਕ ਬਣ ਜਾਣਗੇ। ਇਹਨਾਂ ਨੂੰ ਜਿੱਥੋਂ ਸ਼ਕਤੀ ਮਿਲਦੀ ਹਰਮੰਦਰ ਢਹਿ ਢੇਰੀ ਕਰ ਦਿਓ। ਉਦੋਂ ਫਿਰ ਇੱਥੇ ਫੌਜ ਭੇਜੀ ਗਈ, ਜਿਨ੍ਹਾਂ 5 ਸਿੰਘਾਂ ਦੇ ਚਰਨਾਂ ਨੂੰ ਨਵਾਬੀ ਲਾ ਕੇ ਨਵਾਬ ਕਪੂਰ ਸਿੰਘ ਨੇ ਸਜਾਈ ਸੀ ਨਾ ਆਪਣੇ ਮੱਥੇ 'ਤੇ। ਉਹਨੇ ਕਿਹਾ ਸੀ ਮੈਂ ਨਵਾਬੀ ਨਹੀਂ ਲੈਣੀ, ਮੈਂ 5 ਸਿੰਘਾਂ ਦੇ ਚਰਨਾਂ ਦੇ ਨਾਲ ਛੁਹਾ ਕੇ ਲਾਵਾਂਗਾ ਸੀਸ 'ਤੇ। ਇਹ ਵੀ ਇਤਿਹਾਸ ਰਿਕਾਰਡਡ ਹੈ, ਤੁਸੀਂ ਸਰਵਣ ਕਰਿਓ ਕਿਤੇ। ਤੇ ਉਹਨਾਂ 5 ਸਿੰਘਾਂ 'ਚੋਂ ਇੱਕ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਨ। ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਚੜ੍ਹਤ ਸਿੰਘ ਸਨ। ਉਸ ਸਮੇਂ ਗੁਰਮੁਖ ਪਿਆਰਿਓ ਗਿਆਨੀ ਦਰਬਾਰਾ ਸਿੰਘ ਸਨ, ਸ਼ਹੀਦ ਕਰਮ ਸਿੰਘ ਜੀ ਸਨ। ਇਹ 5 ਸਿੰਘ ਸਨ। ਤੇ ਜਦੋਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਹੋਣਾ ਨੇ ਸਾਬੋ ਕੀ ਤਲਵੰਡੀ ਵਿਖੇ ਖਬਰ ਸੁਣੀ ਕਿ ਅੱਜ ਪਾਪੀ ਨੇ ਹਰਮੰਦਰ ਨੂੰ ਢਹਿ ਢੇਰੀ ਕਰ ਦਿੱਤਾ, ਅੱਜ ਪਾਪੀ ਨੇ ਸਰੋਵਰ ਨੂੰ ਪੂਰ ਦਿੱਤਾ, ਇਹ ਜਿੰਨੇ ਸਾਕੇ ਹੋਏ ਨਾ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰਤ ਰੋਆ। ਇਹ ਬਾਬੇ ਨਾਨਕ ਦੀ ਸਿੰਘ ਗਰਜ ਨੂੰ ਮੱਧਮ ਕਰਨ ਵਾਸਤੇ ਕਦੇ ਲਾਹੌਰ ਦੀ ਤਵੀ ਆਈ, ਕਦੇ ਸਰਹੰਦ ਦੀਆਂ ਕੰਧਾਂ ਆਈਆਂ, ਕਦੇ ਚਮਕੌਰ ਦੀ ਗੜੀ ਆਈ, ਤੇ ਕਦੇ ਇੱਥੇ ਦੁਸ਼ਮਣ ਚੜ੍ਹ ਕੇ ਆਉਂਦਾ ਰਿਹਾ। ਸੋ ਇੱਥੇ ਬਾਬਾ ਦੀਪ ਸਿੰਘ ਨੇ 75 ਸਾਲ ਦੀ ਉਮਰ ਵਿੱਚ ਕਲਮ ਰੱਖੀ ਤੇ 18 ਸ਼ੇਰ ਦਾ ਖੰਡਾ ਚੱਕ ਲਿਆ। 8 ਸਿੰਘਾਂ ਦਾ ਜਥਾ ਲੈ ਕੇ ਬਾਬਾ ਦੀਪ ਸਿੰਘ ਚੱਲੇ ਸੀ। ਤਰਨਤਾਰਨ ਆ ਕੇ ਅਰਦਾਸ ਕੀਤੀ, ਲੰਬੀ ਲਕੀਰ ਖਿੱਚੀ, ਕਿਤੇ ਤੁਸੀਂ ਵੀ ਪਿੰਡ ਦੇ ਅੰਦਰ ਲਕੀਰ ਖਿੱਚ ਦਿਓ ਕਿ ਐਸ ਪਾਰ ਕੇ ਉਸ ਪਾਰ, ਨਸ਼ਾ ਲਿਆਉਣ ਵਾਲੇ ਉਸ ਪਾਰ ਤੇ ਗੁਰੂ ਵਾਲੇ ਐਸ ਪਾਰ ਆ ਜਾਓ, ਪਾਰਟੀ ਬਾਜੀ ਤੋਂ ਉੱਪਰ ਉੱਠ ਕਰਕੇ ਚੱਲਿਆ ਕਰੋ। ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ, ਸਾਰੇ ਜੰਕਾਰੇ ਦੀ ਗੂੰਜ ਨਾਲ ਉਸ ਲਕੀਰ ਨੂੰ ਪਾਰ ਕਰ ਗਏ। ਲਹੂ ਡੋਲਵੀਂ ਲੜਾਈ ਹੋਈ। ਗੋਲਵੜ ਦੇ ਕੋਲ ਆ ਕੇ ਦੁਸ਼ਮਣ ਦੇ ਨਾਲ ਟਾਕਰਾ ਸ਼ੁਰੂ ਹੁੰਦਾ। 3 ਮੀਲ ਪਿੱਛੇ ਬਾਬਾ ਦੀਪ ਸਿੰਘ ਜੀ ਦਾ ਲੜਦਿਆਂ ਇਮਾਨ ਖਾਨ ਤੇ ਜਹਾਨ ਖਾਨ ਆਉਂਦੇ ਆ। ਇੱਕ ਨੂੰ ਭਾਈ ਲਛਮਣ ਸਿੰਘ ਝਟਕਾ ਦਿੰਦੇ ਆ। 35 ਸਾਲ ਦਾ ਯੋਧਾ ਇੱਕ ਸੂਰਮਾ ਸੀ, ਉਹ ਸੂਰਮਾ ਵੰਗਾਰਦਾ 75 ਸਾਲ ਦੇ ਬਾਪੂ ਨੂੰ, ਕਹਿੰਦੇ ਗਾਜਰ ਮੂਲੀ ਦੀ ਤਰ੍ਹਾਂ ਕੱਟਦਾ ਜਾ ਰਿਹਾ, ਇੱਧਰ ਮੇਰੇ ਨਾਲ ਸਾਹਮਣਾ ਕਰ। ਬਾਬਾ ਦੀਪ ਸਿੰਘ ਨਾਲ ਆਮਣੇ ਸਾਹਮਣੇ
कट्ठा वार होया, बाबा जी दे खंडे ना ओदा सिर कट के धरती ते डिग्या, ओदी किरपान ना बाबा जी दा सीस कट के धरती ते डिग्या। नाल चल रहे सिख ने मोढे तो फड़ के हिला के आख्या, बाबा जी तुसां अरदास कीती सी हरमंदर साहब सीस भेंट करांगा, अजे 3 मील का सफ़र बाकी है, अरदास तो भरोसा उठ जाएगा। बाबा जी ने सीस चुक के तली ते टकाया, 3 मीलों तक खंडा होया। कई वीर पता की आख देंदे, नहीं जी थोड़ा जिहा फट लग्या सी। कोई कहता जी गुरु गोबिंद सिंह ने बकरे बन्ने सी। जे गुरु नानक विच पहाड़ी अपना पंजा ला सकदे, सप दे डंगे मोहन नूं अटल राय जी जिवा सकदे, बाबा दीप सिंह कटे सीस नूं तली टका मीलों तक खंडा वाह सकदे। 5 घुट अमृत दे छाके भाई तारू सिंह खोपरी उतरा के 22 दिन बाद जकरीए नूं जुत्ती दी नोक दे अगे ला के लिजा सकदे। भाई मनी सिंह 5 घुट अमृत दे छाके बंद बंद कटवा टुकड़ियां चों सुखमनी साहब गा सकदे। शिव दी हाथी दा सिर कट गणेश दे सिर ते ला सकदे, ते अमृत दे दाते कलगीधर पिता पंजां दे सिर कट के क्यों नहीं ला सकदे। सतगुर मेरा मार जवाले पढ़ियो किते गुरु ग्रंथ साहब नूं चौबले महला 5वां, सम्मन जो इस प्रेम की दम के होती 60, रावण होते सुरंक नह जिन सिर दीने काट। असी गुरु नूं अपने वर्गा समझदे हां। मैं 2 मिनट का समा प्रबंधक वीरां को होर मंगना, संपूर्णता कर देवां थोड़ी जी, तुहानूं पता लगे बाबा दीप सिंह ने परिक्रमा च सीस क्यों रखिया। 3 मील चल के गए सी, अंदर दरबार साहब तक क्यों नहीं पहुँचे, कि उन्ना को होर नहीं चल सकते सी, कि ताकत खत्म हो गई सी। इहदा भी एक बड़ा वड्डा कारण जी। बाबा दीप सिंह जिहड़े कहंदे ना सीस थोड़ा जिहा कट्टिया सी, सीस का संस्कार अलग होया ते धड़ का संस्कार दूसरी जगह ते होया। धड़ पिछे डिग पिया सी, थोड़ा जिहा पिछां हो के जो धड़ डिग्या ना, ते बाबा जी ने अपना सीस चुक के इस तरह करके परिक्रमा दे विच मारिया सी, भाव के गुरु रामदास पातशाह दे चरनां च अपना सीस भेंट करन दा उन्होंने प्रण लिया होया सी बाबा दीप सिंह होना ने। और जदों परिक्रमा च पहुँचदे आ, उधर दुश्मन दल दे विच भाजड़ा पै जांदियां, कहंदे आपां नहीं इन्हां नाल लड़ सकदे। ये तो हुण कहंदे उन्हां शब्द वरते, कहंदे मरे होए लड़दे आ। आपां कहने ना सीस कट गया तो मर गया, कहंदे मरे होए लड़दे आ। वो सिरां तो बिना उन्हां दे धड़ जिहड़े आ वो तलियां ते सीस टका के इस तरह कल्ले धड़ ही लड़दे जा रहे आ, असीं उन्हां नाल नहीं लड़ सकदे। उदों अबदाली कहंदा अब हम दोबारा इस देश नहीं आएंगे, अब जहाँ ऐसे मर्द सूरमे पैदा हो गए जो कटे हुए सीस नूं तली पे टका के भी जूझना जाणदे आ। बाबा दीप सिंह ने परिक्रमा च सीस क्यों रखिया खब्बे पासे। आपां जदों परिक्रमा करदे आ ते गुरु महाराज नूं सज्जे पासे रख के करदे आ ना, ते बाबा जी ने इत्थे सीस तां रखिया, इन्नी निमरता सी। बाबा जी ने आख्या सी कड़ाह प्रसाद चढ़ाउण लोकी, गुरु रामदास पातशाह मैं सीस की भेंट चढ़ाने चला हूँ। बाबा जी ने इत्थे सीस भेंट करके पहला मैसेज दिता कि निमरता किन्नी आ। गुरु रामदास साहब जिन्नी संगत तेरे दर्शनां नूं आएगी, जिन्ने जोधे आउणगे, जिन्ने मरजीवड़े आउणगे, उन्हां दी चरण धूड़ ये तेरे सिख नूं प्राप्त हुंदी रवे। दूसरा कारण सी जेड़ा तेरे दर ते चढ़ के आएगा उन्होंने वंगार मिलती रवे कि इस दर ते चढ़ के आएगा ते सीस तली ते टका के बाबा दीप सिंह वर्गे जोधे तेनू मिलणगे, इत्थे तेरा मूँह मोड़ देणगे। ते दूसरे पासे दमदमी टकसाल दे 14वें मुखी जदों आधुनिक हथियारां दा समा आ गया, आधुनिक हथियारां नाल 2 निशान साहबां दे विचाले शहादत पाई, दूजे पासे 14वें मुखी इधर खब्बे सज्जे खब्बे पासे पहले मुखी बैठे आ ते सज्जे पासे 14वें मुखी बैठे आ। उन्हां दस्सिया जे तुसीं आधुनिक तरीके नाल आओगे ते तुहानूं 14वें मुखी वांगू आधुनिक तरीके दे नाल भी गुरु दा खालसा मिलेगा। उधर बाबा संत बाबा जरनैल सिंह ने शहादत पाई, इधर बाबा दीप सिंह ने शहादत पाई। तीसरा मतबल सी कि बाबा दीप सिंह नूं पता सी कि सरोवर बनिया, सरोवर दे विच हरमंदर बनिया कि गुरु दे दर्शनां नूं जाना ते इशनान पान करके देही भी पवित्र करके जाना चाहिदा। सीस कट चुकिया सी ते बाबा जी नहीं सी चाहुंदे कि उन्हां दे शरीर विचों कुछ खून दे तुबके जाके हरमंदर दे विच डिगण। इस करके गुरु दी मर्यादा नूं बहाल रखण वास्ते बाबा जी ने परिक्रमा दे विच ही अपना गुरु दे चरनां
ਸੀਸ ਭੇਟ ਕਰ ਦਿੱਤਾ। ਇਹ ਬਾਬਾ ਜੀ ਦੀ ਸ਼ਹਾਦਤ ਦਾ ਇਤਿਹਾਸ। ਥੋੜ੍ਹਾ ਜਿਹਾ ਸਮਾਂ ਆਪ ਸੰਗਤਾਂ ਦੇ ਨਾਲ ਵਿਚਾਰਨ ਦਾ ਸਮਾਂ, ਸੁਭਾਗ ਭਰਿਆ ਸਮਾਂ ਪ੍ਰਾਪਤ ਹੋਇਆ। ਪ੍ਰਬੰਧਕ ਵੀਰਾਂ ਦਾ, ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਮੈਂ ਇੱਕ ਬਚਨ ਲਾਸਟ ਵਿੱਚ ਕਹਿਣਾ ਹੁੰਦਾ, ਹਰ ਸਟੇਜ 'ਤੇ ਤੁਹਾਨੂੰ ਵੀ ਕਹਿ ਕੇ ਜਾਣਾ। ਤੁਸੀਂ ਗਾਉਂਦੇ ਹੋ ਨਾ 300 ਸਾਲ ਗੁਰੂ ਦੇ ਨਾਲ, 400 ਸਾਲ ਗੁਰੂ ਦੇ ਨਾਲ। ਜਿਵੇਂ ਗੁਰਮੁਖ ਇੱਕ ਦੁਕਾਨਦਾਰ ਬੈਠਾ ਹੋਵੇ ਨਾ, ਭਾਵੇਂ 12 ਵੱਜ ਜਾਣ, ਜੇ ਕਿਤੇ ਗ੍ਰਾਹਕ ਹੋਰ ਆ ਜਾਣ ਤੇ ਕਹਿੰਦਾ 2 ਸਮਾਨ ਹੋਰ ਵੇਚ ਲਾਂ, ਮੇਰਾ ਮਾਲਕ ਬੜਾ ਖੁਸ਼ ਹੋਏਗਾ। ਤੇ ਮੇਰਾ ਮਾਲਕ ਗੁਰੂ ਕਲਗੀਧਰ ਪਾਤਸ਼ਾਹ ਵੀ ਬੜਾ ਖੁਸ਼ ਹੋਏਗਾ ਨਾ। ਮੇਰੇ ਲਾਇਕ ਪੁੱਤਰ ਦਾ ਇਤਿਹਾਸ ਥੋੜ੍ਹਾ ਜਿਹਾ ਹੋਰ ਸੁਣਾ ਦਿੱਤਾ। ਇੱਕ ਹੀ ਬਚਨ ਹੈ। ਤੁਸੀਂ ਗੁਰਦੁਆਰੇ ਆਉਂਦੇ ਹੋ ਬੜੇ ਚਿਰਾਂ ਤੋਂ। ਅੱਜ ਮੇਰੀ ਬੇਨਤੀ ਆ, ਪਹਿਲਾਂ ਮੰਦਿਰ ਜਾਇਆ ਕਰੋ, ਫਿਰ ਮਸਜਿਦ ਜਾਇਆ ਕਰੋ, ਫਿਰ ਚਰਚ ਜਾਇਆ ਕਰੋ, ਫਿਰ ਗੁਰਦੁਆਰਾ ਸਾਹਿਬ ਆਇਆ ਕਰੋ। ਹੁਣ ਤੁਸੀਂ ਕਹੋਗੇ ਮੈਂ ਇਹ ਉੱਥੇ ਕਹਿ ਰਿਹਾ ਸੀ ਭੰਗਾਣੀ ਸਾਹਿਬ, ਪੌਂਟਾ ਸਾਹਿਬ ਇਹ ਬਚਨ ਕਿਹਾ ਸੀ। ਮੈਂ ਆਖਿਆ ਹੁਣ ਤੁਸੀਂ ਸਟੇਜ ਤੋਂ ਥੱਲੇ ਨਹੀਂ ਉਤਰਨ ਦੇਣਾ। ਕਿਸੇ ਨੇ ਕਹਿਣਾ ਫਲਾਨੀ ਏਜੰਸੀ ਦਾ, ਕਿਸੇ ਨੇ ਢਿੰਗੜੀ ਏਜੰਸੀ ਦਾ। ਹੁਣ ਧਿਆਨ ਨਾਲ ਸੁਣਿਓ ਮੈਂ ਕਿਉਂ ਆਖ ਰਿਹਾ। ਮੰਦਿਰ ਜਾ ਕੇ ਇੱਕ ਸਵਾਲ ਕਰਿਓ ਪੰਡਿਤ ਜੀ ਨੂੰ, ਪੰਡਿਤ ਜੀ ਮੈਂ ਸੱਚਾ ਸੁੱਚਾ ਹਿੰਦੂ ਹਾਂ। ਤੇ ਪੰਡਿਤ ਜੀ ਤੁਹਾਨੂੰ ਸਵਾਲ ਪੁੱਛਣਗੇ ਤੇਰਾ ਮੁੰਡਨ ਹੋਇਆ? ਉਹ ਸਾਰੇ ਸਿਰ ਦੇ ਕੇਸ ਝਾੜਦੇ ਆ, ਫਿਰ ਉਸ ਤੋਂ ਬਾਅਦ ਉਹ ਹਿੰਦੂ ਮੰਨਦੇ ਆ ਮੁੰਡਨ ਸੰਸਕਾਰ। ਤੁਸੀਂ ਕਹੋਗੇ ਨਹੀਂ, ਉਹ ਕਹੇਗਾ ਜਾ ਤੁਰਿਆ ਜਾ, ਭਾਵੇਂ ਤੂੰ ਬ੍ਰਾਹਮਣਾ ਵਾਂਗੂ ਸਿਰ ਮਨਾਈ ਫਿਰਦਾ, ਪਰ ਤੂੰ ਸਿੱਖ ਲੱਗਦਾ। ਫਿਰ ਜਾਈ ਮਸਜਿਦ, ਮੌਲਵੀ ਸਾਹਿਬ ਮੈਂ ਸੱਚਾ ਸੁੱਚਾ ਮੁਸਲਮਾਨ ਹਾਂ। ਉਹ ਕਹੇਗਾ ਫਜਰ, ਜ਼ੋਰ, ਅਸਰ, ਮਗਰਬ, ਇਸ਼ਾ 5 ਟਾਈਮ ਦਾ ਨਮਾਜੀ ਹਾਂ। ਤੁਸੀਂ ਕਹੋਗੇ ਨਹੀਂ, ਉਹ ਕਹੇਗਾ ਜਾ ਝੂਠ ਨਾ ਬੋਲ, ਸੁਨਨਤ ਤੇਰੀ ਨਹੀਂ ਹੋਈ, ਤੂੰ ਮੁਸਲਮਾਨ ਨਹੀਂ ਹੋ ਸਕਦਾ, ਭਾਵੇਂ ਜ਼ਕਰੀਏ ਵਾਂਗੂ ਸਿਰ ਮਨਾਈ ਫਿਰਦਾ, ਪਰ ਤੂੰ ਸਿੱਖ ਲੱਗਦਾ। ਫਿਰ ਚਰਚ ਜਾ ਕੇ ਉਹ ਪਾਦਰੀ ਸਾਹਿਬ ਮੈਂ ਵੀ ਸੱਚਾ ਸੁੱਚਾ ਸਾਈ ਹਾਂ। ਉਹ ਪੁੱਛੇਗਾ 10 ਬਪਤਿਸਮਾ ਲਿਆਈਓ, ਜਿਵੇਂ ਅਸੀਂ ਅੰਮ੍ਰਿਤ ਛਕਾਉਂਦੇ ਉਹਨਾਂ ਦੇ ਬਪਤਿਸਮਾ ਹੁੰਦਾ। ਉਹ ਤੁਸੀਂ ਕਹੋਗੇ ਨਹੀਂ, ਉਹ ਕਹੇਗਾ ਜਾ ਤੁਰਿਆ ਜਾ, ਭਾਵੇਂ ਸਾਈਆਂ ਵਾਂਗੂ ਸਿਰ ਮਨਾਈ ਫਿਰਦਾ, ਪਰ ਤੂੰ ਸਾਈ ਨਹੀਂ ਹੋ ਸਕਦਾ, ਸਿੱਖ ਲੱਗਦਾ। ਫਿਰ ਇੱਥੇ ਖੜੇ ਹੋ ਜਾਇਓ ਆ ਕੇ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹੋ? ਜਿਹੜਾ ਜਿਹੜਾ ਪ੍ਰਗਟ ਗੁਰਾਂ ਦੀ ਦੇਹ ਮੰਨਦਾ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਹੱਥ ਖੜੇ ਕਰੋ ਇੱਕ ਵਾਰੀ। ਕਿਹੜਾ ਕਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਦੀ ਦੇਹ ਮੰਨਦੇ? ਬੋਲੇ ਸੋ ਨਿਹਾਲ। ਹੁਣ ਪਰਚਾ ਪਾ ਲਈਏ ਆਪਾਂ। ਜੇ ਮੰਨਦੇ ਹੋ ਨਾ ਤੇ ਬਾਹਰ ਖੜੇ ਹੋ ਕੇ ਇੱਕ ਵਾਰ ਸੋਚਿਆ ਕਰੋ, ਜਦੋਂ ਇਸ ਤਖਤ ਤੇ ਕਲਗੀਧਰ ਪਾਤਸ਼ਾਹ ਸ਼ਸਤਰ ਵਸਤਰ ਧਾਰਨ ਕਰਕੇ ਬੈਠਦੇ ਹੁੰਦੇ ਸੀ, ਬਿਰਾਜਮਾਨ ਹੁੰਦੇ ਸੀ, ਤੁਸੀਂ ਦਾੜਾ ਕੇਸ ਕਤਲ ਕਰਵਾ ਕੇ, ਤੁਸੀਂ ਰਾਤ ਨੂੰ ਸ਼ਰਾਬ ਦੀ ਅੱਧੀ ਬੋਤਲ ਪੀ ਕੇ, ਤੁਸੀਂ ਰਿਸ਼ਵਤ ਲੈ ਕੇ, ਰਿਸ਼ਵਤ ਦੇ ਕੇ, ਧੀਆਂ ਨੂੰ ਕੁੱਖਾਂ 'ਚ ਮਾਰ ਕੇ ਫਿਰ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਆ ਸਕਦੇ ਸੀ? ਜੇ ਤੁਹਾਡੀ ਜ਼ਮੀਰ ਅੰਦਰੋਂ ਆਵਾਜ਼ ਦਿੰਦੀ ਆ ਕਿ ਮੈਂ ਨਹੀਂ ਜਾ ਸਕਦਾ ਸੀ, ਮੈਥੋਂ ਗੁਰੂ ਗੋਬਿੰਦ ਸਿੰਘ ਪੁੱਛਦੇ, ਉਹ ਤੁਹਾਡੇ ਲਈ ਮੈਂ ਸਰਬੰਸ ਵਾਰਿਆ, ਉਹ ਤੁਹਾਡੇ ਆ ਸ਼ਕਲਾਂ ਵੇਖਣ ਲਈ ਮੈਂ 4 ਪੁੱਤ ਵਾਰੇ। ਜੇ ਤੁਹਾਡੀ ਜ਼ਮੀਰ ਅਗਵਾਈ ਦਿੰਦੀ ਨਾ ਕਿ ਨਹੀਂ ਸੀ ਜਾ ਸਕਦਾ ਮੈਂ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ, ਇਹਦਾ ਮਤਲਬ ਫਿਰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ 10 ਗੁਰੂਆਂ ਦਾ ਸਰੂਪ ਮੰਨਦੇ ਹੀ ਨਹੀਂ ਹੋ। ਫਿਰ ਆਪਾਂ ਗੁਰੂ ਮੰਨਦੇ ਨਹੀਂ ਆ। ਤੇ ਜੇ ਫਿਰ ਵੀ ਤੁਸੀਂ ਕਹਿੰਦੇ ਹੋ ਨਾ, ਤੇ ਇੱਥੇ ਆ ਕੇ ਮੱਥਾ ਟੇਕ ਕੇ ਆਖ ਦਿਓ ਇੱਕ ਵਾਰੀ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡਾ ਆਤਮਿਕ ਸਰੂਪ ਹੈ। ਮਹਾਰਾਜ ਮੈਂ ਅੱਜ ਤੁਹਾਡਾ ਸਿੱਖ ਹਾਂ, ਮੈਨੂੰ ਸਾਈਆਂ ਨੇ ਨਹੀਂ ਮੰਨਿਆ, ਮੈਨੂੰ ਮੁਸਲਮਾਨਾਂ ਨਹੀਂ ਮੰਨਿਆ, ਮੈਨੂੰ ਉੱਥੇ ਦੂਸਰਿਆਂ ਆਪਣਾ ਨਹੀਂ ਮੰਨਿਆ, ਮੈਂ ਤੁਹਾਡਾ ਪੁੱਤ ਹਾਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਮ ਦੀ ਮੈਂ ਗੱਲ ਕਰਾਂ, ਸਤਿਗੁਰੂ ਕਹਿੰਦੇ ਧਰੇ ਕੇਸ ਪਾਹੁਲ ਬਿਨ ਪੇਖੀ ਮੂੜਾ ਸਿੱਖ। ਕੇਸਾਂ ਦੇ ਧਾਰਨ ਕੀਤੇ ਤੋਂ ਬਿਨਾਂ, ਖੰਡੇ ਦੀ ਪਹੁਲ ਲਈ ਤੋਂ ਬਿਨਾਂ ਇਹ ਮੂਰਖ ਸਿੱਖਾਂ ਦਾ ਭੇਖ ਧਾਰਨ ਕਰਕੇ ਆ ਗਿਆ ਜੇ, ਇਹਨੂੰ ਮੇਰਾ ਸਿੱਖ ਨਾ ਮੰਨ ਲਿਓ। ਜਿਵੇਂ ਅਸੀਂ ਕਹਿੰਦੇ ਆਰਮੀ 'ਚ ਹੈ ਮਿਲੀਟੈਂਟ ਸੀ, ਆਇਆ ਫੌਜੀ ਭੇਖ ਸੀ। ਮੇਰੇ ਗੁਰੂ ਸਾਹਿਬ ਕਹਿੰਦੇ ਜਿਹਨੇ ਖੰਡੇ ਦੀ ਪਹੁਲ ਨਹੀਂ ਲਈ, ਇਹ ਭੇਖੀ ਮੂਰਖ ਜੇ। ਇੱਕ ਦਿਨ ਸਾਰਿਆਂ ਮਰਨਾ, ਇਹ ਸਰੀਰ ਨੇ ਸਦਾ ਨਹੀਂ ਰਹਿਣਾ। ਆਪਾਂ ਬਾਬਾ ਜੀ ਕੋਲ ਫਿਰ ਝੂਠੀ ਅਰਦਾਸ ਕਰਾਉਂਦੇ ਆ। ਬਾਬਾ ਜੀ ਪਤਾ ਕੀ ਆਖਦੇ ਫਿਰ? ਮਹਾਰਾਜ ਆਪ ਜੀ ਦੇ ਚਰਨਾਂ ਦਾ ਸੇਵਕ, ਆਪ ਜੀ ਦੇ ਚਰਨਾਂ 'ਚ ਜਾ ਬਰਾਜਿਆ। ਉਹ ਨਾ ਉਹਨਾਂ ਨੂੰ ਹਿੰਦੂਆਂ ਨੇ ਹਿੰਦੂ ਮੰਨਿਆ, ਨਾ ਮੁਸਲਮਾਨ ਮੰਨਿਆ, ਨਾ ਸਾਈਆਂ ਨੇ ਸਾਈ ਮੰਨਿਆ, ਨਾ ਖੰਡੇ ਦੀ ਪੌਲੀ, ਨਾ ਕਲਗੀਧਰ ਪਾਤਸ਼ਾਹ ਨੇ ਆਪਣਾ ਸਿੰਘ ਮੰਨਿਆ। ਫਿਰ ਝੂਠੀਆਂ ਹੀ ਅਰਦਾਸਾਂ ਕਰਾਈ ਜਾਂਦੇ ਹੋ। ਇਸ ਕਰਕੇ ਖੰਡੇ ਬਾਟੇ ਦੀ ਪਹੁਲ ਲਈਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਨਗੁਰੇ ਕਾ ਹੈ ਨਾਉ ਬੁਰਾ, ਬਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।